ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਬਾਣੀ ਦੀ ਸ਼ੁਰੂਆਤ ਕੀਤੀ, ਗ੍ਰੰਥ ਦੀ ਸ਼ੁਰੂਆਤ ਕੀਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਤੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਮਤਾ ਹੋਈ ਔਰ ਨਾਲ ਦੀ ਨਾਲ ਸਤਿਗੁਰੂ ਜੀ ਨੇ ਗ੍ਰੰਥ ਦੇ ਨਾਲ ਪੰਥ ਸ਼ੁਰੂ ਕੀਤਾ, ਭਾਵ ਉਸ ਮਾਰਗ ਤੇ ਲੋਕ ਤੁਰਨ। ਫਿਰ ਸਭ ਤੋਂ ਵੱਡੀ ਕਮਾਲ ਦੀ ਗੱਲ, ਪਾਤਸ਼ਾਹ ਨੇ ਭਰਮ ਦੂਰ ਕੀਤਾ, ਭਾਈ ਇਹ ਬਾਣੀ ਸਾਡੀ ਨਹੀਂ ਹੈ, ਭਾਈ ਜੋ ਅਸੀਂ ਉਪਦੇਸ਼ ਦੇ ਰਹੇ ਹਾਂ ਇਹ ਬਾਣੀ ਸਾਡੀ ਨਹੀਂ, ਇਹ ਬਾਣੀ ਸਮੁੱਚੇ ਸੰਸਾਰ ਜਗਤ ਦੇ ਕੰਮ ਆਉਣ ਵਾਲੀ ਹੈ, ਇਹ ਬਾਣੀ ਕਿਸੇ ਸਰੀਰ ਗੁਰੂ ਦੀ ਨਹੀਂ। ਪਾਤਸ਼ਾਹ ਨੇ ਕਿਹਾ ਭਾਈ ਇਹ ਬਾਣੀ ਨਿਰੰਕਾਰ ਦੀ ਬਾਣੀ ਹੈ, ਜੋ ਖਸਮ ਦੇ ਘਰੋਂ ਸਾਨੂੰ ਸੁਣਾਈ ਦੇ ਰਿਹਾ, ਅਸੀਂ ਉਹ ਧਰਤੀ ਦੇ ਲੋਕਾਂ ਨੂੰ ਕਹਿ ਰਹੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਹਿਲੀ ਉਦਾਸੀ ਵਿੱਚ ਸਭ ਤੋਂ ਪਹਿਲਾਂ ਇੱਕ ਸਿੱਖ ਦੇ ਘਰ ਵਿੱਚ ਗਏ। ਜੇ ਕਿਸੇ ਸਭ ਤੋਂ ਪਹਿਲਾਂ ਪਹਿਲੀ ਉਦਾਸੀ ਵਿੱਚ ਮਹਾਰਾਜ ਕਿਸੇ ਦੇ ਘਰ ਰਹੇ ਨੇ ਤਾਂ ਸਾਧ ਸੰਗਤ ਉਹ ਗੁਰੂ ਨਾਨਕ ਦਾ ਸਿੱਖ ਹੈ, ਭਾਈ ਲਾਲੋ। ਦਸਾਂ ਨੌਹਾਂ ਦੀ ਕਿਰਤ ਕਰਦੇ ਨੇ ਮਹਾਰਾਜ, ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਦੇ ਘਰ ਪ੍ਰਸ਼ਾਦਾ ਛਕਿਆ। ਜਦੋਂ ਭਾਈ ਲਾਲੋ ਦੇ ਘਰ ਮਹਾਰਾਜ ਕੁਝ ਦਿਨ ਰਹੇ, ਉੱਥੇ ਬੈਠਿਆਂ ਬੈਠਿਆਂ ਮਹਾਰਾਜ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਭਾਈ ਲਾਲੋ ਆ ਪਰਸੋਂ ਨੂੰ ਤੇਰਾ ਸ਼ਹਿਰ ਉੱਜੜ ਜਾਣਾ ਹੈ। ਕਹਿੰਦੇ ਮਹਾਰਾਜ ਕਿਉਂ? ਤਾਂ ਸਤਿਗੁਰੂ ਕਹਿੰਦੇ ਭਾਈ ਲਾਲੋ ਇਹ ਸੈਦਪੁਰ ਪਠਾਣਾ ਦਾ ਸ਼ਹਿਰ ਐਮਨਾਬਾਦ ਰਹਿਣਾ ਨਹੀਂ ਹੈ, ਇਹ ਪਰਸੋਂ ਨੂੰ ਉੱਜੜ ਜਾਣਾ ਹੈ। ਇੱਥੇ ਬਹੁਤ ਵੱਡਾ ਕਤਲੇਆਮ ਹੋਣਾ ਹੈ, ਇੱਥੇ ਲੋਕਾਂ ਦੀ ਵੱਢ ਟੁੱਕ ਹੋਣੀ ਹੈ, ਘਰ ਘਾਟ ਉੱਜੜ ਜਾਣਗੇ। ਇੱਥੋਂ ਤੱਕ ਲਾਲੋ ਇੱਥੋਂ ਦੇ ਰਹਿਣ ਵਾਲੇ ਵੱਡੇ ਵੱਡੇ ਰਾਜਿਆਂ ਦੇ ਰਾਜਕੁਮਾਰ ਬੱਚਿਆਂ ਨੂੰ ਵੀ ਰੋਟੀ ਨਹੀਂ ਮਿਲਣੀ ਮੰਗਿਆ। ਜਦੋਂ ਮਹਾਰਾਜ ਨੇ ਕਿਹਾ ਲੋਕ ਰੋਟੀ ਵਾਸਤੇ ਤਰਸਣਗੇ, ਵੱਢ ਟੁੱਕ ਹੋਏਗੀ, ਇਸ ਧਰਤੀ ਤੇ ਕਤਲੇਆਮ ਹੋਏਗਾ, ਇਹ ਪੂਰਾ ਸ਼ਹਿਰ ਉੱਜੜ ਜਾਏਗਾ, ਲੋਕਾਂ ਦੇ ਘਰ ਘਰ ਨਹੀਂ ਰਹਿਣਗੇ, ਇੰਨੀ ਗੱਲ ਜਦੋਂ ਹਜ਼ੂਰ ਨੇ ਕਹੀ, ਭਾਈ ਲਾਲੋ ਤੇ ਕੋਲ ਬੈਠੇ ਸਿੱਖ ਉਦਾਸ ਹੋ ਕੇ ਪੁੱਛਦੇ, ਮਹਾਰਾਜ ਇਹ ਤੁਸੀਂ ਕੀ ਕਹਿ ਰਹੇ ਹੋ? ਮਹਾਰਾਜ ਸ਼ੁਭ ਕਹੋ, ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ? ਜਿਹੜਾ ਗੁਰੂ ਨਾਨਕ ਸੱਚਾ ਪਾਤਸ਼ਾਹ ਸਾਰੇ ਜਗਤ ਦਾ ਭਲਾ ਮੰਗਦਾ ਹੋਵੇ, ਅੱਜ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਤਰ੍ਹਾਂ ਕਹਿ ਰਹੇ ਨੇ। ਭਾਈ ਲਾਲੋ ਨੇ ਕਿਹਾ ਮਹਾਰਾਜ ਇਸ ਤਰ੍ਹਾਂ ਕਿਉਂ ਕਹਿੰਦੇ ਹੋ, ਇੱਦਾਂ ਨਾ ਕਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ, ਭਾਈ ਲਾਲੋ ਅਸੀਂ ਕਿੱਥੇ ਕਹਿ ਰਹੇ? ਕਹਿੰਦੇ ਮਹਾਰਾਜ ਤੁਸੀਂ ਤਾਂ ਕਹਿ ਰਹੇ ਹੋ ਕਿ ਪਰਸੋਂ ਨੂੰ ਸ਼ਹਿਰ ਉੱਜੜ ਜਾਣਾ, ਕਤਲੇਆਮ ਹੋਣਾ, ਇੱਥੇ ਰੋਟੀ ਮੰਗਿਆ ਨਹੀਂ ਮਿਲਣੀ, ਲੋਕਾਂ ਦੇ ਘਰ ਉੱਜੜ ਜਾਣਗੇ, ਇੱਥੇ ਵੱਢ ਟੁੱਕ ਹੋਏਗੀ, ਇਹ ਸ਼ਹਿਰ ਖੂਨ ਦੀ ਧਰਤੀ ਨਾਲ ਲਾਲੋ ਲਾਲ ਹੋ ਜਾਏਗਾ। ਮਹਾਰਾਜ ਤੁਸੀਂ ਹੀ ਤਾਂ ਕਹਿ ਰਹੇ ਹੋ। ਸਤਿਗੁਰੂ ਬਚਨ ਕਿਹਾ, ਨਹੀਂ ਭਾਈ ਲਾਲੋ ਇਹ ਅਸੀਂ ਨਹੀਂ ਕਹਿ ਰਹੇ, ਇਹ ਸਾਨੂੰ ਜੋ ਖਸਮ ਰੱਬ ਦੇ ਘਰੋਂ ਦਿਖਾਈ ਦੇ ਰਿਹਾ ਅਸੀਂ ਉਹ ਦੱਸ ਰਹੇ, ਜੋ ਰੱਬ ਦੇ ਘਰੋਂ ਸਾਨੂੰ ਸੁਣਾਈ ਦਿੰਦਾ ਹੈ ਅਸੀਂ ਤਾਂ ਉਹ ਕਹਿ ਰਹੇ ਹਾਂ। ਇਸ ਤਰ੍ਹਾਂ ਹੋਣਾ ਹੈ, ਇਹ ਰੱਬ ਦਾ ਹੁਕਮ ਸਾਨੂੰ ਸੁਣਾਈ ਦੇ ਰਿਹਾ। ਤਾਈਓ ਮਹਾਰਾਜ ਨੇ ਕਿਹਾ ਭਾਈ ਇਹ ਬਾਣੀ ਸਾਡੀ ਨਹੀਂ ਹੈ, ਇਹ ਤਾਂ ਉਸ ਦਾ ਹੁਕਮ ਜੋ ਆ ਰਿਹਾ ਉਹੀ ਧਰਤੀ ਦੇ ਲੋਕਾਂ ਨੂੰ ਕਿਹਾ ਜਾ ਰਿਹਾ। ਉੱਥੇ ਮਹਾਰਾਜ ਨੇ ਫਿਰ ਸ਼ਬਦ ਉਚਾਰਨ ਕੀਤਾ, ਹਜ਼ੂਰ ਬਚਨ ਬੋਲਦੇ, ਕਹਿੰਦੇ ਭਾਈ ਲਾਲੋ ਸੁਣ, ਇਹ ਅਸੀਂ ਨਹੀਂ ਕਹਿ ਰਹੇ, ਇਹ ਕੌਣ ਕਹਿ ਰਿਹਾ? ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਜੋ ਮੈਂ ਗਿਆਨ ਦੀ ਗੱਲ ਦੱਸ ਰਿਹਾ ਭਾਈ ਲਾਲੋ, ਇਹ ਤਾਂ ਜੋ ਖਸਮ ਦੇ ਘਰੋਂ ਹੋਣਾ ਉਹਦਾ ਹੁਕਮ ਮੈਨੂੰ ਸੁਣਾਈ ਦੇ ਰਿਹਾ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਹੀ ਮੰਗੇ ਦਾਨ ਵੇ ਲਾਲੋ। ਭਾਈ ਲਾਲੋ ਕਾਬਲ ਤੋਂ ਕੋਈ ਚੜ੍ਹਾਈ ਕਰਕੇ ਤੁਰਿਆ ਹੋਇਆ, ਜਿਹਨੂੰ ਅੱਜ ਤੁਸੀਂ ਅਫਗਾਨਿਸਤਾਨ ਕਹਿੰਦੇ ਹੋ। ਉਸ ਧਰਤੀ ਤੇ ਰਹਿਣ ਵਾਲੇ ਲੋਕ ਸ਼ੁਰੂ ਤੋਂ ਜ਼ਾਲਮ ਰਹੇ ਨੇ। ਆ ਤੁਹਾਡੇ ਸਾਹਮਣੇ ਹੁਣ ਵੀ ਕਿੰਨਾ ਕਤਲੇਆਮ ਕਰਕੇ ਤਾਲਿਬਾਨ ਨੇ ਅਫਗਾਨਿਸਤਾਨ ਉੱਤੇ ਕਬਜ਼ਾ ਕੀਤਾ।
ਉਹ ਤਾਲਿਬਾਨ ਅਫਗਾਨ ਤੋਂ ਕਾਬਲ ਤੋਂ ਚੜ੍ਹਾਈ ਕਰਕੇ ਮਹਾਰਾਜ ਨੇ ਕਿਹਾ ਕੋਈ ਚੱਲਿਆ ਹੋਇਆ, ਉਹਨੇ ਹਿੰਦੁਸਤਾਨ ਤੇ ਹੱਲਾ ਬੋਲਣਾ, ਆ ਸਭ ਤੋਂ ਪਹਿਲਾਂ ਤੇਰਾ ਸ਼ਹਿਰ ਕਤਲੇਆਮ ਹੋਣਾ। ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ, ਕਹਿੰਦੇ ਲਾਲੋ ਇਹ ਪਤਾ ਕਿਉਂ ਹੋਣਾ? ਕਹਿੰਦੇ ਮਹਾਰਾਜ ਕਿਉਂ? ਕਹਿੰਦੇ ਲੋਕਾਂ ਦੇ ਅੰਦਰ ਦੋ ਚੀਜ਼ਾਂ ਖਤਮ ਹੋ ਗਈਆਂ, ਨਾ ਸ਼ਰਮ ਰਹੀ ਹੈ ਤੇ ਨਾ ਧਰਮ ਰਿਹਾ। ਜਦੋਂ ਸ਼ਰਮ ਤੇ ਧਰਮ ਅਲੋਪ ਹੋ ਜਾਣ ਉਦੋਂ ਧਰਤੀ ਖਤਰੇ ਵਿੱਚ ਆ ਜਾਂਦੀ ਹੈ। ਭਾਈ ਲਾਲੋ ਇਹ ਤਾਂ ਖਤਰਾ ਮੰਡਰਾ ਰਿਹਾ ਕਿਉਂਕਿ ਇੱਥੋਂ ਦੇ ਲੋਕਾਂ ਵਿੱਚ ਸ਼ਰਮ ਤੇ ਧਰਮ ਨਹੀਂ ਰਿਹਾ। ਸਤਿਗੁਰਾਂ ਬਚਨ ਕਿਹਾ, ਸ਼ਰਮ ਧਰਮ ਦੋਏ ਛਪ ਖਲੋਏ, ਕੂੜ ਫਿਰੇ ਪਰਦਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ। ਭਾਈ ਲਾਲੋ ਕਹਿੰਦਾ ਮਹਾਰਾਜ ਰੋਜ਼ ਤਾਂ ਮਸੀਤ ਵਿੱਚੋਂ ਨਵਾਜ਼ ਅਦਾ ਹੁੰਦੀ ਹੈ 5 ਵਕਤ, ਮਹਾਰਾਜ ਰੋਜ਼ ਤਾਂ ਮੰਦਰ ਵਿੱਚੋਂ ਪੁਜਾਰੀ ਪੂਜਾ ਕਰਦਾ, ਪਾਠ ਪੜ੍ਹਦਾ, ਤੁਸੀਂ ਕਹਿੰਦੇ ਹੋ ਧਰਮ ਨਹੀਂ ਹੋ ਰਿਹਾ। ਤਾਂ ਸਤਿਗੁਰੂ ਕਹਿੰਦੇ ਭਾਈ ਧਰਮ ਨਹੀਂ ਹੋ ਰਿਹਾ। ਭਾਈ ਲਾਲੋ ਇਹ ਲਾਲਚ ਦੇ ਨਾਮ ਉੱਤੇ ਧਰਮ ਕਮਾ ਰਹੇ ਨੇ, ਇਹਨਾਂ ਦੇ ਅੰਦਰ ਧਰਮ ਨਹੀਂ ਰਿਹਾ। ਸਤਿਗੁਰਾਂ ਬਚਨ ਕਿਹਾ, ਕਹਿੰਦੇ ਕਾਗਨੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ, ਮੁਸਲਮਾਨੀਆਂ ਕਰੇ ਕਤੇਬਾ, ਕਸ਼ਟ ਮੈਂ ਕਰੇ ਖਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਐ ਪੀ ਲਿਖੇ ਲਾਏ ਵੇ ਲਾਲੋ। ਇਹ ਲੋਕ ਧਰਮ ਦੀ ਪੂਜਾ ਇਸ ਲਈ ਕਰਦੇ ਨੇ ਇਹਨਾਂ ਦੀਆਂ ਲੋੜਾਂ ਪੂਰੀਆਂ ਹੋ ਜਾਣ। ਇਹ ਆਪਣੇ ਦੁੱਖਾਂ ਤੋਂ ਡਰਦੇ ਰੱਬ ਨੂੰ ਪੂਜ ਰਹੇ ਨੇ। ਭਾਈ ਲਾਲੋ ਰੱਬ ਨਾਲ ਪਿਆਰ ਨਹੀਂ ਹੈ ਇਹਨਾਂ ਦਾ, ਇਸ ਲਈ ਆਪਣੇ ਸਵਾਰਥ ਵਾਸਤੇ ਰੱਬ ਨੂੰ ਸਿਮਰਦੇ ਨੇ ਔਰ ਪੂਜਾ ਕਰਾਉਣ ਵਾਲੇ ਲੋਕ ਲੋਭੀ ਹੋ ਗਏ ਨੇ। ਸਤਿਗੁਰਾਂ ਬਚਨ ਕਿਹਾ, ਕਹਿੰਦੇ ਇਹ ਤਾਂ ਭਾਈ ਲਾਲੋ ਜੇ ਨਹੀਂ ਪਹਿਲਾਂ ਰੱਬ ਦਾ ਨਾਮ ਪਿਆਰ ਵਿੱਚ ਜਪਿਆ ਹੁੰਦਾ ਇਹ ਹੋਣਾ ਨਹੀਂ ਸੀ ਸਭ ਕੁਝ। ਇਹ ਤਾਂ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ, ਜੇ ਪਹਿਲਾਂ ਰੱਬ ਨੂੰ ਪਿਆਰ ਨਾਲ ਸਿਮਰਦੇ ਇੰਨਾ ਕੁਝ ਨਹੀਂ ਸੀ ਇਹਨਾਂ ਨਾਲ ਹੋਣਾ। ਤਾਂ ਮਹਾਰਾਜ ਜੀ ਨੇ ਬਚਨ ਕਹੇ, ਕਹਿੰਦੇ ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ, ਮੁਸਲਮਾਨੀਆਂ ਪੜੈ ਕਤੇਬਾ, ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ, ਜਾਤ ਸੁਨਾਤੀ ਹੋਰ ਹਿੰਦਵਾਣੀਆਂ, ਐ ਪੀ ਲਿਖੇ ਲਾਏ ਵੇ ਲਾਲੋ, ਖੂਨ ਕੇ ਸੋਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਭਾਈ ਲਾਲੋ ਨੇ ਕਿਹਾ ਮਹਾਰਾਜ ਕੌਣ ਆ ਰਿਹਾ ਇਸ ਤਰ੍ਹਾਂ ਚੜ੍ਹਾਈ ਕਰਕੇ? ਸਤਿਗੁਰਾਂ ਕਿਹਾ ਖੁਰਾਸਾਨ ਖਸਮਨ ਕੀਆ, ਹਿੰਦੋਸਤਾਨ ਡਰਾਇਆ, ਆਪੇ ਦੋਸ਼ ਨ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਕਹਿੰਦੇ ਮੁਗਲ ਜਮ ਬਣ ਕੇ ਆ ਰਹੇ, ਉਹ ਬਹੁਤ ਵੱਡੀ ਸਜ਼ਾ ਦੇਣਗੇ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਹਿਮਨਾਬਾਦ ਹੀ ਕਹਿ ਦਿੱਤਾ, ਇਹ ਬਾਣੀ ਸਾਡੀ ਨਹੀਂ ਹੈ, ਇਹ ਧੁਰ ਖਸਮ ਦੀ ਦਰਗਾਹ ਤੋਂ। ਤਾਈਓ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਕਿਹਾ, ਕਹਿੰਦੇ ਭਾਈ ਇਹ ਸਾਡੀ ਬਾਣੀ ਨਹੀਂ ਹੈ, ਇਹ ਤਾਂ ਜਿਸ ਤਰ੍ਹਾਂ ਦਾ ਉਹਦੇ ਘਰੋਂ ਹੁਕਮ ਆ ਰਿਹਾ। ਹੋਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ, ਇਹ ਬਾਣੀ ਸਾਡੀ ਨਹੀਂ, ਇਹ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸੱਚ ਬਖਾਨਾ। ਇਹ ਬਾਣੀ ਧੁਰ ਦਰਗਾਹ ਤੋਂ ਆ ਰਹੀ। ਫਿਰ ਬਾਣੀ ਕਿਸੇ ਜਾਤ ਬਰਾਦਰੀ ਧਰਮ ਦੇ ਲੋਕਾਂ ਵਾਸਤੇ ਨਹੀਂ, ਬਾਣੀ ਮਨੁੱਖਤਾ ਵਾਸਤੇ ਉਚਾਰਨ ਹੋਈ। ਭਾਈ ਇਸ ਧਰਤੀ ਉੱਤੇ ਕੋਈ ਬੰਦਾ ਇਨਸਾਨ ਸਹੀ ਬਣ ਜਾਏ, ਪਹਿਲਾਂ ਉਹਦੇ ਅੰਦਰ ਬੰਦੇ ਵਾਲੇ ਗੁਣ ਆ ਜਾਣ, ਜਿਹਨੂੰ ਮਹਾਰਾਜ ਬਾਣੀ ਅੰਦਰ ਕਹਿਣਗੇ ਬੰਦੇ ਸੇਜੇ ਪਵੇਂ ਵਿੱਚ ਬੰਦੀ, ਵੇਖਣ ਕੋ ਦੀਦਾਰ। ਇਹ ਇਨਸਾਨ ਜੇ ਤੂੰ ਬੰਦੀ ਭਾਵ ਰੱਬ ਦੇ ਹੁਕਮ ਵਿੱਚ ਚੱਲੇ ਫਿਰ ਤਾਂ ਤੂੰ ਬੰਦਾ ਹੈ। ਜਦੋਂ ਤੂੰ ਅਹੰਕਾਰ ਹੋਮੇ ਵਿਕਾਰ ਭੋਗਨੇ ਭਾਈ ਫਿਰ ਤੂੰ ਬੰਦਾ ਨਹੀਂ, ਕਿਉਂਕਿ ਬੰਦਾ ਉਹ ਹੈ ਜਿਹੜਾ ਬੰਦਗੀ ਕਰਦਾ ਹੈ। ਬੰਦਾ ਉਹ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਚੱਲੇ, ਬੰਦੀ ਵਿੱਚ ਰਵੇ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਲੋਕਾਂ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਿੱਤੀ ਔਰ ਫਿਰ ਇਹਦਾ ਨਾਮ ਰੱਖਿਆ ਸ਼ਬਦ ਗੁਰੂ। ਸ਼ਬਦ ਗੁਰੂ ਪਤਾ ਕੀ ਹੈ? ਸਾਹਿਬ ਨੇ ਬਾਣੀ ਅੰਦਰ ਕਿਹਾ ਸਭ ਕੁਝ ਸ਼ਬਦ ਤੋਂ ਪੈਦਾ ਹੋਇਆ।
शब्द ही फिर ओपत होवे। सारा कुछ उत्पत्ति शब्द तो हुई है, शब्द तो बगैर संसार में कुछ भी नहीं है। शब्द के अर्थ बाणी अंदर हुक्म भी है, तो जे आपां शब्द के अर्थ करिए, शब्द के अर्थ है जो बोलिया जा रहा है। संसारी तौर पर जे शब्द ना होण तो बंदे का संबंध संसार नाल नहीं हो सकता। किसी चीज़ नाल तुहाडा संपर्क शब्द करके है। जे जुबान तो बोलते आपां, बंदा घर तो चला बाजार तो घर वाले शब्द बोल के दसदे ना, फलानी फलानी चीज़ लैके आयो, फिर तुसीं वो लैके आउंदे हो। जदों खरीदना उन्होंने भी बोल के कहोगे आह चीज़ मैनूं दुकान तो दे दो, कोई बंदा इशारा करी जाए किवें समझा सकदा है। जिवें रसना तो बोलिया दुनियावी शब्द तुहाडा संसार नाल संपर्क कराउंदा है, इदां साध संगत निरंकार दा जपिया होया शब्द तुहाडा निरंकार नाल संबंध करा दिंदा है। इसलिए महाराज ने कहा भाई शब्द तो बगैर संसार अधूरा है, गुरु दे शब्द तो बगैर बंदा संसार विच अधूरा, वो रब नाल नहीं मिल सकता। दुनियावी तौर पर गुंगे बंदे का संपर्क टुट जाता है। तुसीं इतिहास में वेखिओ, बहुत बार राजनीति के इतिहास में अन्ने बंदे मिनिस्टर रहे ने। एक बंदा 3-4 बार एक स्टेट का मुख मंत्री रहा है, वो नित्रहीन रहा। साध संगत करुणानिधि उहदा नाम सी। तुसीं वेखिआ अखां तो हीणे बंदे मिनिस्टर रहे ने देश के। अन्ना बंदा तरक्की कर सकता है, क्यों? उहदे कोल 2 स्रोत ने, वो सुनदा भी सही है तो बोलदा भी सही है। सुन ते बोलण करके संसार नाल संपर्क रहिंदा है, संबंध रहिंदा है। ते जे इन्हां दोवां चीज़ां चों सुन और शब्द अलोप हो जाण ते साध संगत संसार नालों संपर्क टुट जाता है। उहदी भाषा संसार वाली नहीं रहिंदी। आह चीज़ तुहाडे ध्यान विच होएगी। मैडिकल साइंस ने मन्निया कि जिहड़े जन्म तो बहरे होणगे 90 नहीं 95% वो गुंगे भी होणगे, क्योंकि सुनन नाल बोलना सिखदा है। जिहड़ा बच्चा जदों भी बोलना सीखदा है वो माँ कोलों सुन के बोलना सीखदा है। बहुती वार तो इस तरह हुंदा है, जे 4 साल का 3 साल का बच्चा ना बोले उन्होंने स्कूल में भर्ती पा दिओ, वो बोलण लग पैंदा है। क्यों? दूजियां वल वेख के वो शब्द कढदा है। सुनन दे नाल वो बोलना सीखदा है। जे कोई जन्म तो बहरा होवे तो उहदे गुंगे होण दी भी संभावना रहिंदी है, क्योंकि सुनन तो बगैर बोलना नहीं सीख सकता। बोलण तो बगैर संपर्क संसार नाल नहीं रहिंदा। इसलिए शब्द तो संसार नाल संपर्क बनता है। सानू भी गुरु ने शब्द नाल जोड़िया है। जे निरंकार नाल संबंध रखना है फिर तैनू शब्द करके जुड़ना पएगा। उस अकाल पुरख वाहिगुरू का नाम जप शब्द करके सतनाम श्री वाहिगुरू, क्योंकि रब वो है जिहदा संसार विच कोई रूप नहीं है। रब का कोई चक्कर चिहन रेख रूप रंग कुछ भी नहीं है। वो रब किदां दा है किसी ने नहीं वेख्या। जे रब एक है फिर हिंदू अलग पूजा करते हैं, मुसलमान अलग पूजते हैं, सब धर्मों की आपो अपनी पूजा पाठ है। साध संगत रब एक है तो फिर सारे धर्मों का वखरा तो ना होया। उहदा चक्कर चिहन किसी नाल नहीं मिलता। वो चक्कर चिहन रूप रंग तो रहता है, तो जे किसी को मिलना होवे ਉਹਦਾ ਪਹਿਲਾਂ कोई ना कोई निशानी दसनी पैंदी। पिंड विच जाओ फलाना बंदे नूं मिलना, ਉਹਦੀ निशानी दसोगे। जे कोई निशानी बंदा दसे कि जी वो इस तरह का दिसदा है, इदां ਉਹਦਾ ਦਾੜਾ प्रकाश है, इदां दी पग बंद है, तो पिंड वाले कहणगे भाई इदां दे तां कई बंदे आ, तू नाम दस ਉਹਦਾ की है। तुसीं किसी नूं नाम तो बगैर लभ नहीं सकते। उस पिंड विच जाओगे ਉਹਦਾ ਚੱਕਰ चिहन दसी जो इदां दा बंदा दिसदा इदां दा दिसदा, तो वो कहणगे भाई नाम तो दस की है। इत्थे तो बहुत कई बार तो नाम का भी रौला पै जांदा। वो कहते नाम भी ये नाल दे 2-3 ने, फिर किवें लभोगे। सतगुरु बचन कहा इदां रब नूं मिलण वास्ते ਉਹਦਾ रूप न रेख न रंग किश, कोई रूप रंग है ही नहीं। त्रिगुण ते प्रभ भिन्न, पर है जरूर रब। किनू मिलता है? तिसै बुझाए नानका, जिस होवे सो प्रसन्न। एक बार पढ़ो पंक्ति तुहानू याद रहेगी। रूप न रेख न रंग किश,
त्रिगुण ते प्रभ भिन्न तिसै बुझाए नानका जिस होवे सो प्रसन्न। इनू दसम पिता श्री गुरु गोबिंद सिंह महाराज ने कहा, चक्कर चिन्ह अर वर्ण जात अर पात नाहिन जे। जाप साहब दे रंभ विच चक्कर चिन्ह अर वर्ण जात अर पात नाहिन जे। रूप रंग अर रेख भेख को कह ना सकत के। अचल मूरतन पौ प्रकाश अमितोज कह जय। कोट इंद्र इंद्राण शाशाहान गणिज। महाराज जे कोई चक्कर चिन्ह रूप रंग है ही नहीं रब दा, मिलीए किवें? कहंदे कोई तरीका है, बस तू ध्यान धर के कह सतनाम श्री वाहिगुरु। जप मन सतनाम पढ़ो, जप मन सत सदा सतनाम। हलत पलत मुख उजल होई है, नित ध्याईऐ हर पुरख निरंजन। वो अकाल पुरख एक है, ਉਹਦੇ नाम अनेकां हो सकते हैं। कोई ਉਹਨੂੰ राम जपदा, अल्लाह हरि वाहिगुरु गोविंद गोपाल, पर सतगुरां कहा ਉਹਦਾ ਪਰਾ ਪੂਰਬਲਾ पक्का एक नाम है, वो नाम है सतनाम। किरतम नाम जपे तेरे कथे तेरे जिहबा, सतनाम तेरा परा पूरबला। इसलिए जप मन सतनाम सदा सतनाम। उस अकाल पुरख का नाम जप, ये शब्द तेनों परमात्मा तक लै जाएगा। किसी नूं बुलाउणा होवे तो उन्होंने आवाज़ मार के शब्द नाल बोलना पैंदा है। इदां साहब ने बचन कहे, अकाल पुरख रब नाल शब्द करके जोड़िया। श्री गुरु नानक साहब महाराज तो जोगियां ने पूछा, महाराज तुहाडे कोल किहड़ी शक्ति है जिहड़ी तुसीं इत्थे आ गए? समेर पर्वत ते किहड़ी शक्ति नाल आए हो? असीं ते शक्ति नाल मंत्र पढ़ी दे ते पहाड़ी तो थल्ले चल जाईदा, उड़ना सिख लिया महाराज। असीं अलोप हो जाईदा इत्थों, गुप्त प्रगट होए बैसा लोक रखे भाओ। महाराज इत्थे खड़िया खड़िया गुप्त हो जाईदा सी। तुहाडे कोल किहड़ी शक्ति है? श्री गुरु नानक साहब महाराज ने कहा, इक्को ही शक्ति है, गुर संगत बाणी बिना दूजी ओट नहीं है राई। मैनू शब्द की शक्ति ने इत्थे लिआंदा, मैं इत्थे शब्द करके पहुंचे, मैं करामात रिधियां सिधियां नाल नहीं। सतगुरु गुरु नानक साहब महाराज ने सानू शब्द नाल जोड़िया, क्योंकि शब्द कदे बिनसदा नहीं, शब्द कदे खत्म नहीं हुंदा। शरीर मुक जांदे ने, शरीरां दी उम्र है, शब्द की कोई उम्र नहीं है। सतगुर सच्चे पातशाह जी ने ताइयों बाणी अंदर बचन कहे, वो शब्द जिहड़े अखरां विच ओ नहीं, जपदियां जपदियां तुसीं भाव विच उतर जाओगे। एक दिन अखर ते सनैपां मुक जांदियां ने, ਉਹਦੇ गहराई भाव ਵਿੱਚ सिख उतर ਜਾਂਦਾ है। जिवें पहली क्लास ਵਿੱਚ ਬੱਚਾ ਪੜ੍ਹਨ ਜਾਂਦਾ ਹੈ, ਉਹਨੂੰ ਟੀਚਰ ਵਾਈ ਸਨੈਪ ਪੜਾਉਂਦਾ ਹੈ, A ਫਾਰ ਐਪਲ, B ਫਾਰ ਬੈਟ, C ਫਾਰ ਕੈਟ। ਜਿਵੇਂ ਜਿਵੇਂ ਉਹਦੀਆਂ ਕਲਾਸਾਂ ਵੱਧਦੀਆਂ ਨੇ, ਉਹ ਸ਼ਕਲਾਂ ਦਿਖਾਉਣ ਦੀ ਲੋੜ ਨਹੀਂ ਪੈਂਦੀ, ਉਹ ਕਾਇਦੇ ਛੁੱਟ ਜਾਂਦੇ ਨੇ, ਅੱਖਰ ਉਹਦੇ ਜ਼ਿਹਨ ਵਿੱਚ ਵਸ ਜਾਂਦੇ ਨੇ, ਵੱਡੇ ਵੱਡੇ ਪੈਰਾਗ੍ਰਾਫ ਉਹ ਆਪਣੇ ਆਪ ਹੀ ਲਿਖਦਾ ਜਾਂਦਾ ਹੈ, ਉਹਨੂੰ ਸਪੈਲਿੰਗ ਫਿਰ ਕਿਤੇ ਨਹੀਂ ਦੱਸਣੇ ਪੈਂਦੇ। इदां महाराज ने बचन कहे, भाई जदों तू शब्द नूं जपदा जाएगा, फिर तू अखरां तो अगे लंघ जाएगा। जिथे साहब ने बाणी अंदर कहा, 52 अक्षर लोक त्रै सब किश नहीं माहे, ये अखर खिर जाएंगे ओ अखर इनमें नाहे। भाई ये तां अखर भुल जाणगे संसारी। जदों तू शब्द दे भाव विच एक ते उतरना, उत्थे फिर कोई अखर नहीं रहेगा, उत्थे सिर्फ अकाल पुरख वाहिगुरु तू ते रब होएगा। आत्म ते परमात्मा एक हो जाणगे, उत्थे अखर मुक जांदे ने, उत्थे सिर्फ शब्द वो रह जांदा जिन्हों भाव कहिंदे ने, प्रेम कहिंदे ने। एक नुकता होर तुहाडे काम आएगा। इसलिए सतगुरु गुरु ग्रंथ साहिब महाराज की बाणी ने बार बार एक नाल जुड़न वास्ते कहा, शरीरां नाल ना जुड़ जाई, देहां नाल ना जुड़ जाई, देवी देवतियां नाल ना जुड़ जाई, एक अकाल पुरख नाल जुड़ी जिन्हें सारी सृष्टि नूं पैदा कीता है। ऐ भाई तैनूं सूरज नूं पूजण दी लोड़ नहीं, भलिया सूरज पैदा करन वाले नूं जपिया कर। तैनूं किसी दरखत की पूजा की लोड़ नहीं, जिन्हें दरखत पैदा किया तूं उहनूं सिमरिया कर।
ਤੈਨੂੰ ਕਿਸੇ ਤਰ੍ਹਾਂ ਦੀ ਹੋਰ ਵਹਿਮਾਂ ਭਰਮਾਂ ਛੋਟੇ ਰੱਬ ਪੂਜਣ ਦੀ ਲੋੜ ਨਹੀਂ। ਇੱਕ ਅਕਾਲ ਪੁਰਖ ਰੱਬ ਨਾਲ ਜੁੜ, ਫਿਰ ਤੈਨੂੰ ਸੰਸਾਰੀ ਚੀਜ਼ਾਂ ਦੀ ਲੋੜ ਵੀ ਉੱਥੋਂ ਪੂਰੀ ਹੋ ਜਾਏ। ਸਤਿਗੁਰਾਂ ਇੱਕ ਨਾਲ ਜੋੜਿਆ। ਭਗਤ ਕਬੀਰ ਸਾਹਿਬ ਨੇ ਜਦੋਂ ਬਾਣੀ ਅੰਦਰ ਬਚਨ ਕਿਹਾ, ਉਹਨੇ ਕਿਹਾ ਇੱਕ ਹੈ, ਇੱਕ ਅਕਾਲ ਪੁਰਖ ਰੱਬ ਨਾਲ ਜਦੋਂ ਤੁਸੀਂ ਜੁੜੋਗੇ ਭਾਈ, ਉਦੋਂ ਸੰਸਾਰ ਦੀ ਬਹੁਤਾਤ ਜਿਹੜੀ ਆਲੇ ਦੁਆਲੇ ਦੀ ਖਿੱਚ ਗਿਣਤੀ ਉਹ ਸਾਰੀ ਖਤਮ ਹੋ ਜਾਏਗੀ। ਦੁਨਿਆਵੀ ਤੌਰ ਤੇ ਜੋ ਕੋਈ ਤੁਹਾਡੇ ਕੋਲ ਹੈ ਉਸ ਚੀਜ਼ ਦਾ ਮੁੱਲ ਪੈਣ ਲੱਗ ਜਾਏਗਾ ਜਦੋਂ ਇੱਕ ਨਾਲ ਜੁੜ ਜਾਓਗੇ। ਇੱਕ ਤੋਂ ਬਗੈਰ ਹੋਰ ਕਿਸੇ ਪੂਜਾ ਪਾਠ ਦਾ ਕੋਈ ਮੁੱਲ ਨਹੀਂ ਰਹੇਗਾ। ਜਿੰਨੀ ਆਪਾਂ ਸੇਵਾ ਸਿਮਰਨ ਪੁੰਨ ਦਾਨ ਪੂਜਾ ਪਾਠ ਜੋ ਹੋ ਰਿਹਾ ਹੈ, ਇਹ ਸਭ ਕੁਝ ਇੱਕ ਅਕਾਲ ਪੁਰਖ ਨਾਲ ਜੁੜਨ ਵਾਸਤੇ ਹੈ। ਜੇ ਇੱਕ ਨਾਲ ਨਾ ਜੁੜੇ ਇਹ ਪੂਜਾ ਪਾਠ ਸਭ ਕੁਝ ਵਿਅਰਥ ਚੱਲ ਜਾਏਗਾ। ਤੁਸੀਂ ਮੈਥੇਮੈਟਿਕਸ ਵਿੱਚ ਹਿਸਾਬ ਵਿੱਚ ਪੜ੍ਹਦੇ ਹੋ, ਇੱਕ ਜ਼ੀਰੋ ਦੀ ਸ਼ੂਨਿਆਂ ਦੀ ਕੋਈ ਵੈਲਿਊ ਨਹੀਂ ਹੈ, ਪਰ ਉਹਦੀ ਬਹੁਤ ਵੱਡੀ ਵੈਲਿਊ ਹੈ। ਮੈਥੇਮੈਟਿਕਸ ਵਿੱਚ ਜ਼ੀਰੋ ਦੀ ਬਹੁਤ ਵੈਲਿਊ ਹੈ, ਪਰ ਜੇ ਜ਼ੀਰੋ ਦੇ ਨਾਲ ਏਕਾ ਲੱਗ ਜਾਏ ਤਾਂ ਜ਼ੀਰੋ ਦੀ ਵੈਲਿਊ ਉਸੇ ਵਕਤ 10 ਵਿੱਚ ਬਦਲ ਜਾਂਦੀ ਹੈ। ਦੋ ਜ਼ੀਰੋਆਂ ਲੱਗ ਜਾਣ, ਦੇਖੋ ਹੁਣ ਜ਼ੀਰੋ ਦੀ ਵੈਲਿਊ ਵੱਧਦੀ ਜਾਏਗੀ। ਇੱਕ ਨਾਲ ਲੱਗਿਆ ਤਾਂ ਦੋ ਜ਼ੀਰੋਆਂ 100 ਵਿੱਚ ਤਬਦੀਲ ਹੋ ਜਾਂਦੀਆਂ ਨੇ, 3 ਜ਼ੀਰੋਆਂ 1000 ਵਿੱਚ ਬਦਲ ਜਾਂਦੀਆਂ ਨੇ, 4 ਜ਼ੀਰੋਆਂ 10,000 ਵਿੱਚ ਬਦਲ ਜਾਂਦੀਆਂ ਨੇ, 5 ਜ਼ੀਰੋਆਂ 1 ਲੱਖ ਕੀਮਤ ਵਿੱਚ ਬਦਲ ਜਾਂਦੀਆਂ ਨੇ। 5 ਜ਼ੀਰੋਆਂ ਨਾਲੋਂ ਏਕਾ ਹਟਾ ਲਓ, ਉਹਦੀ ਵੈਲਿਊ ਕੁਝ ਵੀ ਨਹੀਂ ਰਹੇਗੀ। ਇਸ ਤਰ੍ਹਾਂ ਸਾਹਿਬ ਨੇ ਕਿਹਾ ਇੱਕ ਨਾਲ ਜੁੜਨਾ ਜ਼ਰੂਰੀ ਹੈ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ ਇੱਕ ਅਕਾਲ ਪੁਰਖ ਨਾਲ ਜੁੜ। ਫਿਰ ਚਿੱਤੇ ਰੱਖੀ ਆ ਸੰਸਾਰ ਦੇ ਸ਼ੂਨਯ ਪਦਾਰਥ ਜੋ ਤੇਰੇ ਸਾਹਮਣੇ ਨੇ, ਇਹਨਾਂ ਦਾ ਵੀ ਮੁੱਲ ਪੈਣ ਲੱਗ ਜਾਏਗਾ। ਪੁੱਤਰ ਧੀਆਂ ਪੈਸਾ ਧਨ ਦੌਲਤ ਸਭ ਕੁਝ ਇਹਨਾਂ ਚੀਜ਼ਾਂ ਦਾ ਮੁੱਲ ਹੋ ਜਾਏਗਾ ਜਿੱਦਣ ਤੂੰ ਇੱਕ ਨਾਲ ਜੁੜ ਜਾਏਗਾ। ਨਹੀਂ ਤੇ ਇਹ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਕਿਸੇ ਕੰਮ ਦਾ ਨਹੀਂ, ਇਹ ਤੇਰੇ ਕੰਮ ਆਉਣ ਵਾਲਾ ਨਹੀਂ। ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਹੀਂ, ਤਿਸ ਨਾਲ ਕਿਉਂ ਚਿੱਤ ਲਾਈਐ। ਇਹ ਤੇਰੇ ਨਾਲ ਜਾਣ ਵਾਲਾ ਨਹੀਂ, ਪਰ ਜਿੱਦਣ ਇੱਕ ਨਾਲ ਜੁੜ ਜਾਏਗਾ ਉਦਣ ਇਹ ਸਾਰੀਆਂ ਚੀਜ਼ਾਂ ਦਾ ਮੁੱਲ ਹੈ। ਉਦਣ ਪੁੱਤਰ ਧੀਆਂ ਪਰਿਵਾਰ ਤੇਰੇ ਵਾਸਤੇ ਨਰਕ ਨਹੀਂ, ਤੇਰੇ ਕੰਮ ਆਉਣ ਵਾਲਾ ਹੈ। ਇਹ ਤੇਰੀ ਸਹਾਇਤਾ ਕਰਨਗੇ, ਇਹ ਤੇਰੀ ਹੈਲਪ ਵਿੱਚ ਰਹਿਣਗੇ। ਇੱਕ ਸਾਧੂ ਕਿਸੇ ਘਰ ਵਿੱਚ ਮੰਗਣ ਗਿਆ ਤੇ ਜਦੋਂ ਉਹਨੇ ਦਰਵਾਜ਼ੇ ਤੇ ਜਾ ਕੇ ਅਲਖ ਜਗਾਈ ਨਾ, ਤਾਂ ਉਹਨੇ ਸਾਹਮਣੇ ਵੇਖਿਆ ਮਾਈ ਬਹੁਤ ਮਸਤ ਹੋ ਕੇ ਕੁੰਡੇ ਵਿੱਚ ਉਹਨੇ ਮਿਰਚਾਂ ਪਾਈਆਂ ਨੇ ਤੇ ਘੋਟਣੇ ਨਾਲ ਕੁੱਟ ਰਹੀ ਹੈ। ਹੁਣ ਤੇ ਸਿਸਟਮ ਬਦਲ ਗਏ ਨੇ, ਇਲੈਕਟ੍ਰਿਸਿਟੀ ਸਿਸਟਮ ਹੈ, ਸਾਰਾ ਕੁਝ ਉਹਦੇ ਵਿੱਚ ਗ੍ਰਾਈਂਡਰ ਵਿੱਚ ਹੀ ਪੀਸ ਹੋ ਜਾਂਦਾ। ਪਹਿਲਾਂ ਲੋਕ ਲੂਣ ਪਾ ਕੇ ਮਿਰਚਾਂ ਕੁੰਡੇ ਵਿੱਚ ਕੁੱਟਦੇ ਸੀ, ਤਾਂ ਉਹ ਮਾਈ ਕੁੰਡੇ ਵਿੱਚ ਮਿਰਚਾਂ ਕੁੱਟ ਰਹੀ ਹੈ, ਬਹੁਤ ਮਸਤ ਹੋਈ ਹੈ। ਸਾਧੂ ਦਰਵਾਜ਼ੇ ਵਿੱਚ ਖਲੋ ਕੇ ਵੇਖ ਰਿਹਾ ਹੈ। ਉਸ ਮਾਈ ਨੇ ਹੱਥ ਦੇ ਅੰਦਰ ਕਈ ਪ੍ਰਕਾਰ ਦੀਆਂ ਬੰਗਾਂ ਪਾਈਆਂ ਹੋਈਆਂ ਸੀ, ਜਿਵੇਂ ਇਸਤਰੀ ਦਾ ਸੰਸਕਾਰ ਹੁੰਦਾ, ਇਹ ਸ਼ਿੰਗਾਰ ਵਿੱਚ ਆਉਂਦਾ। ਭਾਵੇਂ ਗੁਰਮਤ ਵਿੱਚ ਇਹ ਚੀਜ਼ ਨਹੀਂ, ਤਾਂ ਜਦੋਂ ਉਹ ਮਾਈ ਨੇ ਕਈ ਪ੍ਰਕਾਰ ਦੀਆਂ ਕਿੰਨੀਆਂ ਬੰਗਾਂ ਪਾਈਆਂ, ਜਦੋਂ ਉਹ ਕੁੰਡੇ ਦੇ ਨਾਲ ਘੋਟਣੇ ਵਿੱਚ ਮਿਰਚਾਂ ਕੁੱਟੇ, ਉਹ ਬੰਗਾਂ ਦੀ ਛਣਕਾਹਟ ਜਿਹੜੀ ਸੀ ਉਸ ਮਾਈ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਂ ਬਾਰ-ਬਾਰ ਮਿਰਚਾਂ ਕੁੱਟਦੀ ਹਾਂ, ਬੰਗਾਂ ਟੁੱਟ ਨਾ ਜਾਣ। ਇਹ ਬੰਗਾਂ ਉਹਨੇ ਪਿਆਰ ਨਾਲ ਲਈਆਂ ਸਨ ਜਾਂ ਉਹਦੇ ਘਰ ਦੇ ਨੇ ਦਿੱਤੀਆਂ ਨੇ। ਉਹਨੇ ਫਿਰ ਕੀ ਕੀਤਾ, ਬੰਗਾਂ ਨਾ ਟੁੱਟ ਜਾਣ, ਮਿਰਚਾਂ ਕੁੱਟਣੀਆਂ ਔਖੀਆਂ ਸਨ। ਉਹ ਸਾਧੂ ਵੇਖਦਾ, ਉਹਨੇ ਇੱਕ ਇੱਕ ਕਰਕੇ 2 4 10 ਬੰਗਾਂ ਲਾ ਕੇ ਰੱਖ ਦਿੱਤੀਆਂ। ਹੁਣ ਉਹਦੇ ਹੱਥ ਵਿੱਚ 2 ਬੰਗਾਂ ਸਿਰਫ ਰਹਿ ਗਈਆਂ। ਉਹ ਫਿਰ ਮਿਰਚਾਂ ਕੁੱਟ ਰਹੀ ਹੈ, ਉਹ 2 ਬੰਗਾਂ ਵੀ ਆਪਸ ਵਿੱਚ ਖੜਕ ਰਹੀਆਂ ਨੇ। ਕਹਿੰਦੇ ਨੇ ਸਾਧੂ ਵੇਖ ਰਿਹਾ, ਉਹਨੇ ਉਹਦੇ ਵਿੱਚੋਂ ਵੀ ਇੱਕ ਬੰਗ ਲਾ ਦਿੱਤੀ। ਸਾਰੀਆਂ ਬੰਗਾਂ ਹੱਥ ਵਿੱਚੋਂ ਲਾਣੀਆਂ, ਉਹਦੇ ਮਨ ਵਿੱਚ ਐਂ ਸੀ ਇਹ ਮੇਰੇ ਸੁਹਾਗ ਦਾ ਸ਼ਿੰਗਾਰ ਹੈ, ਸਾਰੀਆਂ ਕਿਵੇਂ ਲਾ ਦਾਂ। ਉਹਨੇ ਬੰਗਾਂ ਲਾ ਦਿੱਤੀਆਂ, ਇੱਕ ਬੰਗ ਹੱਥ ਵਿੱਚ ਰਹਿ ਗਈ। ਤਾਂ ਫਿਰ ਜਦੋਂ ਮਿਰਚਾਂ ਕੁੱਟ ਰਹੀ ਹੈ, ਉਹ ਬੰਗ ਖੜਕ ਨਹੀਂ ਸੀ ਰਹੀ, ਕਿਉਂਕਿ ਇਕੱਲੀ ਨਹੀਂ ਖੜਕੇਗੀ। ਇੱਕ ਬੰਗ ਤਾਂ ਹੱਥ ਵਿੱਚ ਖੜਾਟ ਛਣਕਾਹਟ ਨਹੀਂ ਕਰੇਗੀ, ਤਾਂ ਉਹਨਾਂ ਹੱਥਾਂ ਨਾਲ ਫਿਰ ਕੁੰਡੇ ਨਾਲੋਂ ਮਿਰਚਾਂ ਕੁੱਟ ਰਹੀ ਹੈ। ਸਾਧੂ ਵੇਖ ਰਿਹਾ, ਉਹਨੇ ਵੇਖ ਕੇ ਇਸੇ ਗੱਲ ਤੋਂ ਇੱਕ ਸਿੱਖਿਆ ਧਾਰਨ ਕਰ ਲਈ। ਜਦੋਂ ਉਹਨੇ ਉੱਚੀ ਅਲਖ ਜਗਾਈ, ਉਹ ਮਾਈ ਨੇ ਆਪਣੀਆਂ ਮਿਰਚਾਂ ਕੁੱਟਦਿਆਂ ਛੱਡ ਕੇ ਲਿਆ ਕੇ ਆਟਾ ਪਾਇਆ ਤੇ ਨਾਲ ਕਹਿੰਦੀ ਬਾਬਾ ਮੇਰੇ ਘਰ ਵਿੱਚ ਸੁੱਖ ਹੋਵੇ, ਕੋਈ ਅਸ਼ੀਰਵਾਦ ਦੇ ਕੇ ਜਾ। ਤੇ ਉਸ ਬਾਬੇ ਨੇ ਇੱਕੋ ਗੱਲ ਕਹੀ, ਫਕੀਰ ਨੇ ਕਹਿਣ ਲੱਗਾ ਮਾਈ
ਤੈਨੂੰ ਮੈਂ ਕੀ ਆਸ਼ੀਰਵਾਦ ਦੇਣਾ, मैं तो तेरे कोलों कुछ सीख के चलना। उन्हें कहा बाबा मैं तो बोलिया ही कुछ नहीं, मेरे कोलों की सीखिया? कहन लगा भैणे कदों दा मैं वेख रहा, तेरे हथ दियां बंगां छणक रहीआं सी, तू एक एक दो दो करके ला दित्तियां, हथ विच कोई बंग रह गई, मरचां कुटदियां हुण एक बंग खड़की नहीं, सब खड़ाका खत्म हो गया। इहो सिੱਖਣ विच मैं सिक्ख्या लै लई, जिन्नी देर बंदे दे मन विच द्वैश है उन्नी देर झगड़ा कलेश कल कलेश सब कुछ रहिंदा है। जिदन सब कुछ छड्ड के एक नाल जुड़ जाए उदन उहदे घर दा खड़ाक कलेश खत्म हो जांदा। भाई तेरे मन अंदर ये ताइयों दुबदा करके मन विच दुबदा है ते मन मलीन है, ये बुरे पासे तुरदा है। जिदन एक उत्ते विश्वास टिक गया उदन जो वो दवे साध संगत एक अकाल पुरख रब ते विश्वास बनदा है, फिर मन बहमा भरमा में दुखी नहीं हुंदा। ये दाते दे दिते सुखां विच भी सुखी है, फिर दुख विच भी सुखी रहन लग पैंदा। माई मैं तां तेरे तो सिੱਖਿਆ, एक वंग रह जाए तो खड़ाक मुक जाता है। रब एक परमात्मा नाल किसी की सुरत जुड़ जाए ਉਹਦੇ जीवन के झमेले मुक जाते हैं। ताइयों साहब ने कहा एको जप एको सलाह, एक नूं जपिया कर, एक दी सिफत सलाह कर। एको जप एको सलाह, एक सिमर एको मन आह, एक सके गुण गाओ अनंत, मन तन जाप एक भगवंत। भाई मन करके तन करके एक नूं सिमर, तेरे कल कलेश मिट जाणगे। श्री गुरु नानक साहब महाराज जदों सुमेर पर्वत ते गए, जोगी बड़े हैरान होए। उन्होंने कहा गुरु नानक साहब महाराज आए ने, ये उम्र में साडे तो छोटे ने, पर इसका प्रताप बहुत वड्डा है। श्री गुरु नानक साहब महाराज सुमेर पर्वत जाण तो पहला उस जगह ते गए जिन्हों गोरखनाथ का इलाका मनते सी। उत्थों दे लोग गोरख की मत नाल चलते सी, रिधियां सिधियां करामातां नाल लोकां नूं झुकाया होया सी। जे कोई पूजा ना करे, कोई दान ना दवे, उन्हां ते कोई चीज़ छड्ड देनी, उन्हां नूं डरा के पूजा करा रहे सी। श्री गुरु नानक साहब महाराज उस धरती ते गए, कुछ दिन रह के महाराज ने एक नाल लोकां नूं जोड़िया। सहजे सहजे मन विचों भय मिट गए, गोरख दी मत छड्ड के लोग गुरु नानक दी मत नाल जुड़ गए। जिदन गुरु नानक साहब दी मत मनण लग पे, उदन गोरख दी मत लोकां नूं भुल गई ते साध संगत वो टिल्ला गोरख दा फिर इलाका गोरख मता नहीं रहा। उहदे इतिहास विच नाम पै गया गुरु नानक मता, क्योंकि गोरख दी मत खत्म करती। सिर्फ गुरु नानक साहब महाराज की मत उत्थे लोग मनण लग पे। जिन्हें गोरख की मत मुका के गुरु नानक ने अपनी मत लोगों को देती, वो इलाके का नाम पै गया गुरु नानक मता। अज भी वो स्थान है यूपी विच, उत्तराखंड के बार्डर ते है। उन्होंने गोरख मता बदल के अज नानक मता जगह। जदों महाराज उत्थों सवेर पर्वत ते गए तो सिद्ध जोगियां वेख्या वो बाबा आ गया है जिन्हें इन्नी छोटी उम्र में गोरख की मत खत्म करके अपनी मत लोगों में भर दी। जे ये जोगी इन्ना पढ़िया लिखिया करामाती साडे पंथ में आ जाए तो फिर तो साडा पंथ होर उजाला हो जाएगा। चार छपेरे लोग जोग मत नूं मनण लग जाणगे, पर नानक नूं किवें अपने मत विच लिआईए। सिद्ध जोगियां विचार कीती, जे असीं कोई लोकां नूं गल दसांगे तो भाई लोग कहणगे तो वड्डियां उमरां दे ने, सियाणा होके तो उदां ही बंदे नूं अकल आ जांदी है। जे गुरु नानक गल करनगे, ये तो जे कक्की दौड़ी काली दाड़ी है, दी कक्की काली दाड़ी है, 40 साल की उम्र है, यदी गल सुन के लोग प्रभावित होणगे, जोग मत वधेगा। किसी तरह गुरु नानक नूं अपने मत च लिआईए। सिद्धां ने फिर इक्को ही राह लभ्या, करामात नाल लोकां नूं झुका लईदा। करामात वरत के गुरु नानक नूं अपने मत विच ले आने आ। इनू करामात विखाईए। ये गृहस्थी बंदा है। गृहस्थी बंदा सब तो पहला माया उत्ते भरमदा है। गृहस्थी बंदे दा लालच माया हुंदी है। गुरु नानक नूं अपनी माया विखाउने, आपे साडे हो जाणगे। सिद्ध जोगियां ने बह के फिर विचार की, अलग बह के उन्हां मता पकाया, नानक नूं माया दा करामात विखाओ।
ਭਾਈ ਗੁਰਦਾਸ ਸਾਹਿਬ ਲਿਖਦੇ, ਸਿੱਧੀ ਮਨੈ ਵਿਚਾਰਿਆ ਕਿਵ ਦਰਸ਼ਨ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ ਹਮਰਾ ਪੰਥ ਕਰੇ ਉਜਾਲਾ। ਜੇ ਇਹ ਸਾਡੇ ਪੰਥ 'ਚ ਆ ਜਾਏ ਫਿਰ ਤਾਂ ਉਜਾਲਾ ਕਰ ਦੇਗਾ ਸਾਡੇ ਪੰਥ ਦਾ, ਪਰ ਇਹਨੂੰ ਹੁਣ ਕਰਾਮਾਤ ਵਿਖਾਈਏ ਤਾਂ ਹੀ ਮੱਥਾ ਟੇਕੇਗਾ। ਸਿੱਧ ਜੋਗੀਆਂ ਨੇ ਫਿਰ ਕੋਲ ਸੱਦ ਕੇ ਕਿਹਾ, ਬਾਬਾ ਨਾਨਕ ਅਸੀਂ ਆ 150 ਸਾਲ ਦੀ ਉਮਰ ਦੇ ਜੋਗੀ, ਸਾਡੀਆਂ ਉਮਰਾਂ ਬਹੁਤ ਨੇ, ਸਾਡੀਆਂ ਜਟਾਵਾਂ ਦੇਖ, ਸਾਡੇ ਚਿੱਟੇ ਰੰਗ ਦੇ ਕੇਸ, ਅੱਖਾਂ ਦੀਆਂ ਭੰਮਣੀਆਂ ਚਿੱਟੇ, 150 ਸਾਲ ਦੀ ਉਮਰ ਤੋਂ ਟੱਪ ਗਏ ਆ, ਸਾਡੇ ਕੋਲ ਰਿਧੀਆਂ ਸਿੱਧੀਆਂ ਕਰਾਮਾਤਾਂ ਬਹੁਤ ਕੁਝ ਹੈ, ਤੂੰ ਸਾਡੇ ਸਾਹਮਣੇ ਉਮਰ ਛੋਟੀ ਹੈ, ਚੱਲ ਬਾਕੀ ਗੱਲ ਬਾਅਦ ਵਿੱਚ, ਪਹਿਲਾਂ ਤੂੰ ਸਾਡੀ ਕੋਈ ਸੇਵਾ ਕਰ। ਮਹਾਰਾਜ ਨੇ ਕਿਹਾ, ਦੱਸੋ ਭਾਈ, ਅਸੀਂ ਗੁਰਮੁਖਾਂ ਦੀ ਸੇਵਾ ਵਾਸਤੇ ਤੁਰੇ ਹੋਏ ਹਾਂ। ਸਤਿਗੁਰਾਂ ਬੜੀ ਨਿਮਰਤਾ ਨਾਲ ਕਿਹਾ, ਗੁਰਮੁਖਾਂ ਦੀ ਸੇਵਾ ਵਾਸਤੇ ਤੁਰੇ ਹੋਏ, ਅਸੀਂ ਗੁਰਮੁਖਾਂ ਦੀ ਭਾਲ ਕਰ ਰਹੇ ਹਾਂ। ਤਾਂ ਉਹ ਸਿੱਧ ਜੋਗੀਆਂ ਇੱਕ ਕਟੋਰਾ ਦਿੱਤਾ ਤੇ ਕਹਿੰਦੇ, ਲੈ ਬਾਬਾ, ਉਹ ਨਦੀ ਪਾਣੀ ਦੀ ਵਗਦੀ ਹੈ, ਭਰ ਕੇ ਲਿਆ। ਗੁਰੂ ਨਾਨਕ ਸਾਹਿਬ ਮਹਾਰਾਜ ਚਲੇ ਗਏ। ਮੈਂ ਅੱਗੇ ਵੀ ਇਹ ਬੇਨਤੀ ਕੀਤੀ, ਜਦੋਂ ਉਹ ਨਦੀ ਦੇ ਕੋਲ ਗਏ ਤੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਟੋਰਾ ਲੈ ਕੇ ਨਦੀ ਦੇ ਕੋਲ ਪਹੁੰਚ ਗਏ। ਜਾ ਕੇ ਵੇਖਿਆ ਉੱਥੇ ਪਾਣੀ ਤੇ ਹੈ ਹੀ ਨਹੀਂ ਨਦੀ ਵਿੱਚ। ਸਿੱਧ ਜੋਗੀਆਂ ਕਿਹਾ, ਨਦੀ ਪਾਣੀ ਦੀ ਵਗਦੀ ਹੈ ਬਾਬਾ, ਪਾਣੀ ਭਰ ਕੇ ਲਿਆਓ। ਤੇ ਜਦੋਂ ਪਾਣੀ ਦੇ ਕੋਲ ਨਦੀ ਕੋਲ ਗਏ, ਉਸ ਨਦੀ ਵਿੱਚ ਪਾਣੀ ਨਹੀਂ ਸੀ ਵਗ ਰਿਹਾ, ਉਸ ਨਦੀ ਵਿੱਚ ਹੀਰੇ ਮੋਤੀ ਜਵਾਹਰਾਤ ਸੋਨੇ ਦੀ ਨਦੀ ਭਰੀ ਜਾ ਰਹੀ ਹੈ, ਹੀਰੇ ਮੋਤੀ ਨਦੀ ਵਿੱਚ ਰੁੜੇ ਜਾ ਰਹੇ ਨੇ, ਹੀਰੇ ਮੋਤੀਆਂ ਲਾਲਾਂ ਦੀ ਨਦੀ ਵਗ ਰਹੀ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਤੇ ਖਾਲੀ ਵਾਪਸ ਆ ਗਏ। ਸਿੱਧ ਜੋਗੀ ਕਹਿੰਦੇ, ਮਹਾਰਾਜ ਪਾਣੀ ਨਹੀਂ ਲਿਆਂਦਾ ਗੁਰੂ ਨਾਨਕ ਜੀ। ਸਤਿਗੁਰੂ ਕਹਿੰਦੇ, ਭਾਈ ਉੱਥੇ ਪਾਣੀ ਹੈ ਹੀ ਨਹੀਂ ਸੀ। ਤੇ ਸਿੱਧ ਜੋਗੀ ਬੋਲੇ, ਜੇ ਪਾਣੀ ਨਹੀਂ ਸੀ ਫਿਰ ਉੱਥੇ ਕੀ ਸੀ? ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੁਸਕਰਾ ਕੇ ਜਵਾਬ ਦਿੱਤਾ, ਤੁਸੀਂ ਪਾਣੀ ਲੈਣ ਘੱਲਿਆ ਸੀ, ਪਾਣੀ ਉਸ ਨਦੀ ਵਿੱਚ ਨਹੀਂ। ਤੇ ਸਿੱਧ ਜੋਗੀਓ, ਉੱਥੇ ਹੋਰ ਕੀ ਸੀ? ਮੈਂ ਇਸ ਗੱਲ ਤੋਂ ਕੀ ਲੈਣਾ? ਉੱਥੇ ਕੁਝ ਵੀ ਹੋਵੇ, ਮੈਨੂੰ ਕਿਸੇ ਚੀਜ਼ ਨਾਲ ਵਾਸਤਾ ਨਹੀਂ, ਬਸ ਪਾਣੀ ਨਹੀਂ ਸੀ, ਤੁਸੀਂ ਪਾਣੀ ਲੈਣ ਘੱਲਿਆ ਸੀ। ਜੋਗੀ ਬੜੇ ਸ਼ਰਮਿੰਦੇ ਹੋਏ, ਇਹ ਤੇ ਗ੍ਰਸਤੀ ਸੀ, ਇਹਨੂੰ ਤੇ ਮਾਇਆ ਧਨ ਦੌਲਤ ਹੀਰੇ ਮੋਤੀ ਵੇਖ ਕੇ ਲੁਭਾਏਮਨ ਹੋਣਾ ਚਾਹੀਦਾ ਸੀ। ਪਰ ਉਹਨਾਂ ਜੋਗੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ, ਜਿਹੜੇ ਬਾਬੇ ਨੂੰ ਹੀਰੇ ਮੋਤੀ ਜਵਾਹਰਾਤ ਤੁਸੀਂ ਵਿਖਾ ਕੇ ਭਟਕਾਉਣਾ ਚਾਹੁੰਦੇ ਹੋ, ਇਹ ਗੁਰੂ ਨਾਨਕ ਸਾਹਿਬ ਕੋਈ ਆਮ ਸਰੀਰਕ ਵਿਅਕਤੀ ਨਹੀਂ, ਇਹ ਤਾਂ ਗੁਰੂ ਨਾਨਕ ਕਲਯੁਗ ਦੇ ਰੱਬ ਨੇ। ਇਸ ਗੁਰੂ ਨਾਨਕ ਨੇ ਤਾਂ ਕਈ ਵਰੇ ਪਹਿਲਾਂ ਸਿੱਖਾਂ ਨੂੰ ਕਹਿ ਦਿੱਤਾ ਕਿ ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭਾਈ ਗੁਰਦਾਸ ਸਾਹਿਬ ਲਿਖਦੇ, ਖੱਪਰ ਦਿੱਤਾ ਨਾਥ ਜੀ। ਖੱਪਰ ਕਹਿੰਦੇ ਕਟੋਰਾ ਜਿਹੜਾ ਉਹਨੇ ਰੱਖਿਆ ਹੁੰਦਾ, ਉਹ ਖੱਪਰ ਦਿੱਤਾ, ਕਹਿੰਦੇ ਪਾਣੀ ਲੈ ਕੇ ਆਓ। ਖੱਪਰ ਦਿੱਤਾ ਨਾਥ ਜੀ, ਪਾਣੀ ਭਰ ਲੈ ਬਣ ਉੱਠ ਚਾਲਾ, ਬਾਬਾ ਆਇਆ ਪਾਣੀ ਐ, ਡਿੱਠੇ ਰਤਨ ਜਵੇ ਹਰ ਲਾਲਾ। ਉੱਥੇ ਪਾਣੀ ਤਾਂ ਹੈ ਹੀ ਨਹੀਂ ਸੀ, ਜਵਾਹਰਾਤ ਹੀਰੇ ਮੋਤੀ ਲਾਲ ਨਦੀ ਭਰੀ ਜਾ ਰਹੀ ਹੈ। ਤੇ ਕਹਿੰਦੇ, ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕੌਣ ਭਟਕਾ ਸਕਦਾ ਹੈ? ਸਿੱਧ ਜੋਗੀ ਬੋਲੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਉੱਥੇ ਪਾਣੀ ਨਹੀਂ ਸੀ। ਕਹਿਣ ਲੱਗੇ, ਪਾਣੀ ਨਹੀਂ ਸੀ ਬਾਬਾ, ਹੋਰ ਕੀ ਸੀ? ਸਤਿਗੁਰਾਂ ਕਿਹਾ, ਹੋਰ ਕੁਝ ਵੀ ਹੋਵੇ, ਅਸੀਂ ਹੋਰ ਤੋਂ ਕੀ ਲੈਣਾ ਹੈ? ਸਿੱਧ ਜੋਗੀ ਬੜੇ ਸ਼ਰਮਸਾਰ ਹੋਏ। ਤੇ ਭਾਈ ਗੁਰਦਾਸ ਲਿਖਦੇ, ਸਤਿਗੁਰ ਅਗਮ ਅਗਾਧ ਪੁਰਖ, ਕਿਹੜਾ ਝੱਲੇ ਗੁਰੂ ਦੀ ਝਾਲਾ। ਗੁਰੂ ਨਾਨਕ ਦੀ ਝਾਲ ਕੌਣ ਚੱਲ ਸਕਦਾ ਸੀ? ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪ੍ਰਭਾਵਿਤ ਹੋਏ ਜੋਗੀ। ਮਹਾਰਾਜ, ਅਸੀਂ ਸੋਚਿਆ ਤੁਸੀਂ ਹੀਰੇ ਮੋਤੀ ਲੈ ਕੇ ਭੱਜ ਜਾਓਗੇ, ਅਸੀਂ ਸੋਚਿਆ ਸਾਡੀ ਕਰਾਮਾਤ ਵੇਖ ਕੇ ਤੁਸੀਂ ਸਾਡੇ ਪੈਰੀ ਪੈ ਜਾਓਗੇ, ਪਰ ਤੁਸੀਂ ਤਾਂ ਹੀਰੇ ਮੋਤੀਆਂ ਵੱਲ ਵੇਖਿਆ ਤੱਕ ਨਹੀਂ। ਸਿੱਧ ਜੋਗੀਆਂ ਨੂੰ ਪਤਾ ਨਹੀਂ ਸੀ ਇਹ ਗੁਰੂ ਨਾਨਕ ਕਦੋਂ ਦਾ ਸਿੱਖਾਂ ਨੂੰ ਉਪਦੇਸ਼ ਦਿੰਦਾ ਹੈ ਕਿ ਮੋਤੀ ਤਾਂ ਮੰਦਰ ਉਸਰੇ, ਪੜੋ, ਮੋਤੀ ਤਾਂ ਮੰਦਰ ਉਸਰੇ, ਹੀਰੇ ਲਾਲ ਜੜਾਓ,
ਧਨ ਦੌਲਤ ਪਦਾਰਥ ਹੀਰੇ ਮੋਤੀਆਂ ਨਾਲ ਘਰ ਉਸਰੇ ਹੋਣ। ਮੋਤੀ ਤਾਂ ਮੰਦਰ ਉਸਰੇ ਰਤਨੀ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿਤ ਨ ਆਵੇ ਨਾਉ। ਇੰਨਾ ਸਭ ਕੁਝ ਵੇਖ ਕੇ ਸਿੱਖਾ ਕਦੇ ਭੁੱਲ ਨਾ ਜਾਈ। ਆ ਚਾਰ ਚੀਜ਼ਾਂ ਨੇ, ਧਿਆਨ ਵਿੱਚ ਰੱਖਿਓ। ਰੱਬ ਦੇ ਮਾਰਗ ਉੱਤੇ ਜਾਣ ਲੱਗਿਆਂ ਚੌਂ ਚੀਜ਼ਾਂ ਦੀ ਰੁਕਾਵਟ ਹੈ। ਸਭ ਤੋਂ ਪਹਿਲਾਂ ਧਨ ਦੌਲਤ ਹੀਰੇ ਮੋਤੀ ਜਵਾਹਰਾਤ ਜਾਇਦਾਦ, ਇਹ ਹੰਕਾਰ ਪੈਦਾ ਕਰ ਸਕਦੀ। ਜਿਹਨੂੰ ਸਾਹਿਬ ਨੇ ਕਿਹਾ ਜੋਬਨ ਧਨ ਪ੍ਰਭ ਤੱਕ ਹੈ ਮਦ। ਪੈਸਾ ਧਨ ਦੌਲਤ ਹੀਰੇ ਮੋਤੀ ਰੁਕਾਵਟ ਪੈਦਾ ਕਰ ਸਕਦੇ ਨੇ, ਪਰ ਸਾਧ ਸੰਗਤ ਜੇ ਕੋਈ ਸ਼ਬਦ ਨਾਲ ਜੁੜਿਆ ਫਿਰ ਇਹ ਚੀਜ਼ਾਂ ਮਾਇਆ ਰੁਕਾਵਟ ਪੈਦਾ ਨਹੀਂ ਕਰੇਗੀ। ਇੱਕ ਸੰਤ ਹੋਏ ਨੇ ਯੂਪੀ ਦੇ ਤੁਕਾ ਰਾਮ, ਉਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਮਿਲਦੀਆਂ ਨੇ। ਉਹ ਕਬੀਰ ਪੰਥੀਆਂ ਵਿੱਚ ਅੱਗੇ ਕਬੀਰ ਮਾਰਗ ਤੇ ਹੋਏ। ਉਹ ਬੜੇ ਵੱਡੇ ਸਾਧਨਾਂ ਵਾਲੇ ਭਗਤ ਤੇ ਉਹਨਾਂ ਦੇ ਘਰ ਵਾਲੀ ਧਰਮ ਪਤਨੀ, ਉਹਦੀ ਬੰਦਗੀ ਉਹਨਾਂ ਨਾਲੋਂ ਵੀ ਜ਼ਿਆਦਾ। ਅੰਮ੍ਰਿਤ ਵੇਲੇ ਬੰਦਗੀ ਕਰਕੇ ਅੱਧੀ ਰਾਤ ਤੋਂ ਅੰਮ੍ਰਿਤ ਵੇਲੇ ਦਿਨ ਚੜ੍ਹਨ ਤੱਕ ਉਹਨੀ ਭਗਤੀ ਕਰਨੀ। ਜਦੋਂ ਥੋੜਾ ਦਿਨ ਚੜ੍ਹਾ ਹੋਣਾ, ਲੋਕਾਂ ਨੇ ਜਾਗਣ ਲੱਗਣਾ, ਉਹਨਾਂ ਆਪਣੇ ਘਰ ਆ ਜਾਣਾ। ਕਿਰਤ ਕਰਮ ਆਪਣੀ ਫਿਰ ਸੰਭਾਲਣੀ ਗ੍ਰਸਤੀਆਂ ਵਾਲੀ। ਦੋਵਾਂ ਜੀਆਂ ਨੇ ਪਹਿਲੇ ਪਹਿਰ 12 ਵਜੇ ਤੋਂ ਲੈ ਕੇ ਦਿਨ ਚੜ੍ਹਨ ਤੱਕ ਬੰਦਗੀ ਕਰਨੀ। ਇੱਕ ਦਿਨ ਸਵੇਰੇ ਬੰਦਗੀ ਕਰਕੇ ਦਿਨ ਦੇ ਚੜ੍ਹਾਅ ਨਾਲ ਘਰ ਨੂੰ ਵਾਪਸ ਆ ਰਹੇ ਸੀ। ਕਹਿੰਦੇ ਰਸਤੇ ਵਿੱਚ ਕਿਸੇ ਦਾ ਸੋਨਾ ਡਿੱਗਿਆ ਹੋਇਆ ਸੀ। ਜਦੋਂ ਕੋਈ ਸੋਨੇ ਦਾ ਗਹਿਣਾ ਮੋਹਰੇ ਜਾਂਦਿਆਂ ਸੰਤ ਤੁਕਾ ਰਾਮ ਨੇ ਵੇਖਿਆ, ਮਨ ਚ ਆਇਆ ਮਨਾ ਇਹ ਵੀ ਰੱਬ ਦੀ ਮਾਇਆ ਹੈ, ਕਿਤੇ ਸੋਨਾ ਵੇਖ ਕੇ ਮੇਰੇ ਘਰ ਵਾਲੀ ਦਾ ਮਨ ਨਾ ਭਟਕ ਜਾਏ। ਬੀਬੀਆਂ ਨੂੰ ਸੋਨੇ ਨਾਲ ਬੜਾ ਪਿਆਰ ਹੁੰਦਾ ਹੈ। ਸੰਤ ਤੁਕਾ ਰਾਮ ਨੇ ਕਿਹਾ ਇਹ ਕਿਤੇ ਸੋਨੇ ਨਾਲ ਭਟਕ ਨਾ ਜਾਏ। ਤੇ 2 ਕਦਮ 10 ਕਦਮ ਅਜੇ ਉਹ ਮਾਈ ਪਿੱਛੇ ਸੀ। ਸੰਤ ਤੁਕਾ ਰਾਮ ਰੁਕੇ ਤੇ ਪੈਰ ਨਾਲ ਮਿੱਟੀ ਪਾਣ ਲੱਗ ਪਏ। ਮਿੱਟੀ ਥੱਲੇ ਲੁਕੋਦਾ, ਘਰ ਵਾਲੀ ਦੀ ਨਜ਼ਰ ਪੈ ਗਈ, ਐਵੇਂ ਚੁੱਕ ਲੈ ਗਈ। ਇਹ ਸੋਨਾ ਫਿਰ ਰੁਕਾਵਟ ਬਣੇਗਾ। ਜਦੋਂ ਸੋਨਾ ਕੋਲ ਆ ਜਾਏ ਬੰਦਾ ਫਿਰ ਪਹਿਨਦਾ, ਜਦੋਂ ਪਹਿਨ ਲਵੇ ਉਹ ਕਿਸੇ ਨੂੰ ਵਿਖਾਉਣ ਦਾ ਵੀ ਚਾਰ ਰੱਖਦਾ। ਜਿੰਨੀ ਦੇਰ ਉਹ ਕੋਈ ਸੋਨਾ ਪਹਿਨਿਆ ਵੇਖੇ ਨਾ, ਉਨੀ ਦੇਰ ਪਹਿਨਣ ਵਾਲੇ ਨੂੰ ਸਕੂਨ ਨਹੀਂ ਆਉਂਦਾ। ਉਹ ਫਿਰ ਸੋਨਾ ਪਹਿਨ ਕੇ ਵਿਖਾਵੇ ਵਿੱਚ ਪੈਂਦਾ, ਹੰਕਾਰ ਵਿੱਚ ਪੈਂਦਾ। ਇੱਥੇ ਰੁਕਾਵਟ ਹੋ ਸਕਦੀ ਹੈ। ਕਹਿੰਦੇ ਸੰਤ ਤੁਕਾ ਰਾਮ ਪੈਰ ਨਾਲ ਮਿੱਟੀ ਪਾ ਕੇ ਉਹਨੂੰ ਢਕਣ ਲੱਗ ਪਏ। 5-10 ਕਦਮਾਂ ਦਾ ਫਰਕ ਸੀ, ਇੰਨੇ ਨੂੰ ਉਹਨਾਂ ਦੀ ਧਰਮ ਪਤਨੀ ਬਰਾਬਰ ਆ ਗਈ। ਉਹਨੇ ਵੇਖਿਆ ਨਹੀਂ ਕਿ ਕੀ ਚੀਜ਼ ਸੋਨਾ ਸੀ, ਕਿਵੇਂ ਢਕ ਰਹੇ ਨੇ। ਇੰਨੀ ਬੰਦਗੀ ਸੰਤ ਤੁਕਾ ਰਾਮ ਨਾਲੋਂ ਵੀ ਅੱਗੇ ਲੰਘ ਗਈ। ਉਹ ਬੰਦਗੀ ਵਾਲੀ ਮਾਈ ਨੂੰ ਸਭ ਕੁਝ ਅੱਗੇ ਦਿਸ ਗਿਆ। ਦੂਜੇ ਨੂੰ ਪੜ੍ਹਨ ਦੀ ਸਮਰੱਥਾ ਉਹਦੇ ਵਿੱਚ ਆ ਗਈ। ਉਹਨੇ ਸੰਤ ਤੁਕਾ ਰਾਮ ਦਾ ਮਸਤਕ ਵੇਖ ਕੇ ਪੜ੍ਹਿਆ ਤੇ ਹੱਸ ਕੇ ਬੋਲੀ, ਕਹਿੰਦੀ ਸਾਈਂ ਜੀ ਰਹਿਣ ਦਿਓ, ਮਿੱਟੀ ਉੱਤੇ ਮਿੱਟੀ ਪਾਉਣ ਦਾ ਕੀ ਫਾਇਦਾ। ਉਹਨੇ ਕਿਹਾ ਤੈਨੂੰ ਕਿਵੇਂ ਪਤਾ ਲੱਗਾ ਮੈਂ ਸੋਨੇ ਤੇ ਮਿੱਟੀ ਪਾ ਰਿਹਾ। ਮਸਤਕ ਪੜ੍ਹ ਕੇ ਬੋਲੀ ਰਹਿਣ ਦਿਓ, ਮੈਂ ਚਿਹਰਾ ਪੜ੍ਹ ਲਿਆ, ਮਿੱਟੀ ਉੱਤੇ ਮਿੱਟੀ ਪਾਉਣ ਦਾ ਕੀ ਫਾਇਦਾ। ਸੰਤ ਤੁਕਾ ਰਾਮ ਦੀਆਂ ਅੱਖਾਂ ਭਰ ਆਈਆਂ। ਮੇਰੀਆਂ ਅੱਖਾਂ ਨਾਲ ਧਰਤੀ ਤੇ ਪਿਆ ਸੋਨਾ ਵੀ ਅਜੇ ਸੋਨਾ ਦਿਸਿਆ, ਤੂੰ ਬੰਦਗੀ ਚੱਗੇ ਲੰਘ ਗਈ, ਤੈਨੂੰ ਸੋਨਾ ਵੀ ਮਿੱਟੀ ਲੱਗਦਾ। ਸਾਧ ਸੰਗਤ ਦੇ ਉਹ ਬੰਦਗੀ ਹੈ ਜਿਹੜੀ ਸਿੱਖ ਦੀ ਸੁਰਤ ਨੂੰ ਫਿਰ ਇੱਥੇ ਲੈ ਜਾਂਦੀ ਹੈ ਕਿ ਉਹ ਸੋਨਾ ਧਨ ਦੌਲਤ ਪਦਾਰਥ ਤੋਂ ਉੱਪਰ ਉੱਠ ਜਾਂਦਾ। ਉਹਦੇ ਕੋਲ ਹੋਵੇ ਵੀ ਹੰਕਾਰ ਨਹੀਂ ਕਰੇਗਾ। ਉਹਨੂੰ ਮਹਾਰਾਜ ਨੇ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮੰਨ। ਉਹ ਸੋਨੇ ਨੂੰ ਵੀ ਮਿੱਟੀ ਮੰਨਦਾ। ਕੰਚਨ ਮਾਟੀ ਮੰਨੈ ਨੈ ਨਿੰਦਿਆ ਨੇ ਉਸਤਤ ਜਾਕੈ। ਉਹਦੇ ਮਨ ਚ ਆਉਂਦਾ ਹੀ ਨਹੀਂ ਹੈ, ਨਿੰਦਿਆ ਦਾ ਗੁੱਸਾ ਨਹੀਂ ਆਉਂਦਾ, ਉਸਤਤ ਦੀ ਉਹਨੂੰ ਕਦੇ ਹੰਕਾਰ ਨਹੀਂ ਆਉਂਦਾ ਕਿ ਉਸਤਤ ਹੋ ਰਹੀ ਹੈ। ਨੈ ਨਿੰਦਿਆ ਨੇ ਉਸਤਤ ਜਾ ਕੇ, ਲੋਭ ਮੋਹ ਬਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਤਿੰਨ ਜਗ ਤਤ ਪਛਾਨਾ। ਤਤ ਅਕਾਲ ਪੁਰਖ ਵਾਹਿਗੁਰੂ ਦਾ ਨਾਮ। ਅੱਜ ਸਿੱਧ ਜੋਗੀਆਂ ਸੋਚਿਆ ਗੁਰੂ ਨਾਨਕ ਤਾਂ ਭਟਕ ਜਾਣਗੇ ਹੀਰੇ ਮੋਤੀਆਂ ਤੇ, ਪਰ ਗੁਰੂ ਨਾਨਕ ਦੀ ਝਾਲ ਕੌਣ ਝੱਲ ਸਕਦਾ ਸੀ। ਸੱਚੇ ਪਾਤਸ਼ਾਹ ਖਾਲੀ ਵਾਪਸ ਆ ਗਏ। ਕਹਿੰਦੇ ਬਾਬਾ ਆਇਆ ਪਾਣੀ ਹੈ,
डिठे रतन जवे हर लाला। सतगुर अगम अगाध पुरख, केड़ा झल्ले गुरु दी झाला। ते सिद्ध जोगी हुण वेखण, पातशाह ने फिर जदों शब्द नाल शुरुआत की, उदों भाई गुरदास साहब कहिंदे शब्द जित्ती सिद्ध मंडली। देखो शब्द तो संसार शुरू, शब्द तो संसार नाल संबंध, शब्द करके निरंकार नाल मिलाप। इत्थे भी भाई गुरदास ने यह नहीं लिखिया कि गुरु नानक ने किसी करामात नाल जित लिया जोगियां। वो सिद्ध जोगी कहने बाबा तेरे मन ते असर नहीं होया, हीरे मोती जवाहरात रतन देख के तेरे मन भटक गया नहीं? दुनियावी गृहस्थी लोगों का तो मन भटक जाता है, बाबा तेरा मन भटकिया नहीं है। सतगुरु ने कहा मैं शब्द करके अपने मन को जित लिया। जिन्हें मन जित लिया वो किसी चीज़ हथों हारदा नहीं। आई पंथी सगल जमाती मन जीते जग जीत। ते सिद्ध जोगी गुरु नानक दे हथों हार गए। भाई गुरदास साहब लिखदे शब्द जिती सिद्ध मंडली, की तुस अपना पंथ निराला। कल जुग नानक नाम सुखाला। पातशाह ने कल जुग अंदर कहा दुनिया के लोगो रब का नाम ही सुखाला भाव सुख देण वाला है। जे चाहते हो पुत्तां धीआं संसार माया विच सुख मिले, फिर रोज जपो सतनाम श्री वाहिगुरु। एक बार सारे प्यार नाल पढ़ो, कल जुग नानक नाम सुखाला। कल जुग नानक नाम सुखाला। नानक नाम सुखाला। कल जुग नानक नाम सुखाला। नानक नाम कल जुग नानक नाम सुखाला। नानक नाम सुखाला। नानक नाम सतगुर अगम अगाध पुरख। सतगुर अगम अगाध पुरख। सतगुर अगम सतगुर अगम केड़ा झल्ले गुरु दी झाला। कल जुग नानक नाम सुखाला। नानक नाम सुखाला। कल जुग नानक नाम सुखाला। नानक नाम कल जुग नानक नाम सुखाला। नानक नाम नानक नाम सु भाई नाम कलयुग विच सुख देण वाला है। ये कलयुग का प्रताप इन्ना वध गया है। तुसीं पढ़े लिखे सज्जन बैठे हो, धन दौलत पैसा पदार्थ लोकां नूं सुख नहीं दे रहा। आ तुहाडे सामने हुण फिर थोड़े दिन पहलां अरबां दी जायदाद छड्ड के बॉलीवुड का वो बंदा आत्म हत्या कर गया, जिन्हों साध संगत सिद्धार्थ शुक्ला कहिंदे। धन दौलत पदार्थ उहदा हुण रीजन भावें होर कुछ भी निकले, ये संसार विच वड्डे वड्डे लोकां नूं वड्डियां चिंतावां ने। जे हुण वो डॉक्टर कह रहे जी उन्होंने अटैक हो गया, कादी चिंता नाल? जिहड़ी गल साहब ने सानू लिख के समझाया कि जिस ग्रह बहुत तिसे ग्रह चिंता। ना माया बहुत ज़्यादा होनी चाहिए है, ना माया बहुती घट होनी चाहिए है। जिहदे कोल नामी होवे वो भी चिंता विच है, जिहदा पूरा ना पवे वो भी बेचारा चिंता विच है। जिहदे कोल बहुत ज़्यादा वो तुहाडे नालों भी ज़्यादा दुखी होएगा। जिस ग्रह बहुत तिसे ग्रह चिंता। जिस ग्रह थोरी सो फिरे परमंता। वो भटकदा फिरदा कि बिल किवें देने ने, फीसां किवें भरनियां ने, ते महाराज सुखी कौन है? फिर सतगुरां कहा दोहूं व्यवस्था ते जो मुक्ता। जिहदे कोल ना बहुती है ना थोड़ी है, उहदे खर्चे पूरे चल रहे ने, परिवार में तंदुरुस्ती, वो शुकराना करे सतनाम श्री वाहिगुरु। क्यों? वो दोवां चीज़ों तो मुक्त है।
दोहूं व्यवस्था ते जो मुक्ता सोई सोहेला भाली है। भाई वो सुखी है जिहदे कोल ना बहुती ते ना थोड़ी ਉਹਦੇ खर्च पूरे हो रहे हैं। श्री गुरु रामदास महाराज सच्चे पातशाह जी का अज ज्योति जोत पुरब भी है। धन गुरु रामदास महाराज जी ने जदों गुरता गद्दी धन गुरु अर्जन देव महाराज नूं देण दा फैसला किया ना, ਉਹਦਾ ਰੀਜਨ ਸੀ ਜਿਹੜਾ ਗੁਰੂ ਦਾ ਹੁਕਮ ਮੰਨ ਕੇ ਗੁਰੂ ਵਿੱਚ ਸਮਾ ਗਿਆ। ਭਾਈ ਗੁਰਤਾ ਗੱਦੀ ਉਹਨੂੰ ਮਿਲੀ ਜਿੱਤੇ ਗੁਰੂ ਦਾ ਮਨ ਪ੍ਰਸੰਨ ਹੋ ਜਾਏ। ਸਭ ਵਿਦ ਮਾਨਿਓ ਮਨ, ਤਾਈਓ ਤਾਂ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਸੀ। ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰ ਰਾਮਦਾਸ। ਤੇ ਜਦੋਂ ਗੁਰੂ ਰਾਮਦਾਸ ਮਹਾਰਾਜ ਦਾ ਮਨ ਮੰਨਿਆ, ਤਿੰਨਾਂ ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਤੇ ਉਦੋਂ ਗੁਰਤਾ ਗੱਦੀ ਬਖਸ਼ ਦਿੱਤੀ। ਤੇ ਵੱਡਾ ਬਾਬਾ ਪ੍ਰਿਥੀ ਚੰਦ ਉਹ ਕਹਿੰਦਾ ਮਹਾਰਾਜ ਪ੍ਰਬੰਧ ਕਿਵੇਂ ਚਲਾਓਗੇ, ਚਲਾਉਣ ਦਾ ਤਾਂ ਮੈਨੂੰ ਪਤਾ ਸਾਰਾ। ਨਾਲੇ ਮਹਾਰਾਜ ਇਹ ਮਾਇਆ ਤੋਂ ਬਗੈਰ ਪ੍ਰਬੰਧ ਨਹੀਂ ਚੱਲਣਗੇ, ਮਾਇਆ ਸਭ ਖਜ਼ਾਨਾ ਚਲਾਉਣ ਦਾ ਤਰੀਕਾ ਮੈਨੂੰ ਆਉਂਦਾ। ਇਹ ਮਹਾਰਾਜ ਕੱਲਾ ਤਖਤ ਤੇ ਬਹਿ ਕੇ ਗੱਲ ਨਹੀਂ ਬਣਦੀ, ਕਿਵੇਂ ਸੰਗਤ ਦਾ ਪ੍ਰਬੰਧ ਕਰਨਾ ਮੇਰੇ ਤੋਂ ਬਗੈਰ ਕੌਣ ਕਰੇਗਾ। ਸਾਧ ਸੰਗਤ ਤੋਂ ਪ੍ਰਬੰਧ ਬਹੁਤ ਸਾਲਾਂ ਦਾ ਚਲਾਉਂਦਾ ਸੀ, ਸਾਰੀ ਮਾਇਆ ਸਾਂਭ ਗਿਆ, ਧਨ ਦੌਲਤ ਕੀਮਤੀ ਦੁਸ਼ਾਲੇ ਮਾਇਆ ਸਭ ਕੁਝ ਉਹਦੇ ਕੋਲ ਸੀ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਜਦੋਂ ਗੁਰਤਾ ਗੱਦੀ ਬਖਸ਼ੀ, ਉਹਨੇ ਹੰਕਾਰ ਵਿੱਚ ਕਹਿ ਦਿੱਤਾ, ਕਹਿੰਦਾ ਜੀ ਲੰਗਰ ਚਲਾ ਕੇ ਦਿਖਾਲੇ ਫਿਰ ਗੁਰੂ ਅਰਜਨ ਦੇਵ, ਕਿਉਂਕਿ ਮਾਇਆ ਧਨ ਦੌਲਤ ਸੰਭੀ ਹੋਈ ਸੀ। ਇਤਿਹਾਸ ਕਹਿੰਦੇ ਬਾਬਾ ਪ੍ਰਿਥੀ ਚੰਦ ਨੇ ਲੰਗਰ ਬੰਦ ਕਰਵਾ ਦਿੱਤੇ, ਸਾਰੀ ਮਾਇਆ ਧਨ ਦੌਲਤ ਕੱਲਾ ਸਾਂਭ ਕੇ ਬਹਿ ਗਿਆ। ਜਿਹੜੀ ਸੰਗਤ ਦਸਵੰਧ ਆਉਂਦਾ ਸੀ ਉਹ ਵੀ ਉਹਨੇ ਮਸੰਦ ਖਰੀਦ ਲਏ। ਕਹਿੰਦਾ ਗੁਰੂ ਤਾਂ ਮੈਂ ਹੀ ਬਣਨਾ, ਤੁਸੀਂ ਮੈਨੂੰ ਮਾਇਆ ਭੇਂਟ ਕਰਿਆ ਕਰੋ। ਮਸੰਦਾਂ ਵੀ ਗੁਰੂ ਰਾਮਦਾਸ ਸਾਹਿਬ ਦੇ ਲੰਗਰ ਵਿੱਚ ਰਸਤਾਂ ਦੇਣੀਆਂ, ਪੈਸੇ ਦੇਣੇ ਬੰਦ ਕਰ ਦਿੱਤੇ। ਇਤਿਹਾਸ ਕਹਿੰਦਾ ਸੱਚਮੁੱਚ ਲੰਗਰ ਮਸਤਾਨਾ ਹੋ ਗਿਆ, ਰੁੱਖਾ ਪ੍ਰਸ਼ਾਦਾ ਚੱਲਦਾ ਰਿਹਾ, ਦਾਲਾਂ ਭਵਜੀਆਂ ਸਬਜ਼ੀਆਂ ਮੁੱਕ ਗਈਆਂ। ਫਿਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਚਲਾਇਆ ਹੋਇਆ ਲੰਗਰ ਬੰਦ ਕਿਵੇਂ ਹੋ ਸਕਦਾ ਸੀ। ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਘਰ ਦੇ ਸਭ ਕੀਮਤੀ ਦੁਸ਼ਾਲੇ ਗਹਿਣੇ ਗੱਟੇ ਮਾਂ ਗੰਗਾ ਜੀ ਨੂੰ ਕਿਹਾ, ਗਹਿਣਾ ਵੇਚ ਦਿਓ ਸਭ ਕੁਝ, ਗੁਰੂ ਰਾਮਦਾਸ ਮਹਾਰਾਜ ਦਾ ਲੰਗਰ ਨਹੀਂ ਬੰਦ ਹੋਣਾ ਚਾਹੀਦਾ। ਘਰ ਦੇ ਗਹਿਣੇ ਦੁਸ਼ਾਲੇ ਵੇਚ ਦਿੱਤੇ। ਔਰ ਸਤਿਗੁਰਾਂ ਗੁਰੂ ਰਾਮਦਾਸ ਮਹਾਰਾਜ ਨੇ ਪ੍ਰਿਥੀ ਚੰਦ ਨੂੰ ਇੱਕ ਗੱਲ ਕਹੀ ਸੀ, ਪ੍ਰਿਥੀ ਚੰਦ ਇਹ ਧਨ ਦਾ ਹੰਕਾਰ ਨਹੀਂ ਕਰੀਦਾ, ਇਹ ਮਾਇਆ ਕਿਸੇ ਦੀ ਨਹੀਂ ਹੁੰਦੀ। ਅੱਜ ਤੂੰ ਸਾਂਭ ਕੇ ਬਹਿ ਗਏ, ਇਹ ਮਾਇਆ ਤੇਰੀ ਬਣਨ ਵਾਲੀ ਨਹੀਂ, ਇੱਕ ਦਿਨ ਇਸ ਮਾਇਆ ਨੇ ਤੈਨੂੰ ਛੱਡ ਦੇਣਾ। ਇਹ ਧਨ ਦੌਲਤ ਪੈਸਾ ਕਿਸੇ ਦਾ ਨਹੀਂ ਹੁੰਦਾ। ਪਰ ਪ੍ਰਿਥੀ ਚੰਦ ਤੇ ਅਸਰ ਨਾ ਹੋਇਆ। ਸਤਿਗੁਰਾਂ ਇਹ ਗੱਲ ਸਮਝਾਈ ਸੀ, ਭਾਈ ਇਹ ਜਿਹੜੀ ਮਾਇਆ ਨਾ, ਜਿਹਨੂੰ ਬੰਦਾ ਕਹਿੰਦਾ ਗੋਹਜ, ਗੋਹਜ ਦਾ ਅਰਥ ਹੁੰਦਾ ਛੁਪਾ ਕੇ ਰੱਖ ਲਾਂ, ਮੇਰੇ ਕੰਮ ਆਏਗੀ। ਸਤਿਗੁਰਾਂ ਬਚਨ ਕਿਹਾ, ਸੁਤ ਭਰਾਤ ਮੀਤ ਤੇ ਗੋਜੀ, ਤਾਂ ਕਿ ਸੰਗ ਨਾ ਚੰਚਲ ਚਲੀਆ। ਭਰਾਵਾਂ ਮਿੱਤਰਾਂ ਪੁੱਤਾਂ ਤੋਂ ਲੁਕੋ ਕੇ ਰੱਖ ਲਓ, ਕਹਿੰਦੇ ਇਹ ਨਾਲ ਨਹੀਂ ਜਾਂਦੀ, ਧੋਖਾ ਦੇ ਜਾਂਦੀ ਹੈ, ਇਹ ਡੰਗ ਮਾਰ ਜਾਂਦੀ ਹੈ, ਇਹ ਮਾਇਆ ਸਦਾ ਰਹਿਣ ਵਾਲੀ ਨਹੀਂ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ, ਪ੍ਰਿਥੀ ਚੰਦ ਇਹ ਪੈਸਾ ਤੇਰੇ ਕੰਮ ਨਹੀਂ ਆਏਗਾ, ਪ੍ਰਿਥੀ ਚੰਦ ਪਾਪ ਨਾ ਕਰ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੂੰ ਵੀ ਉਹਨੇ ਬੁਰਾ ਭਲਾ ਬਚਨ ਕਿਹਾ। ਜਦੋਂ ਮਹਾਰਾਜ ਦੇ ਮੋਹਰੇ ਬੋਲ ਪਿਆ, ਉਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਇੰਨੀ ਗੱਲ ਕਹਿੰਦੇ ਨੇ, ਤੂੰ ਬਹੁਤ ਵੱਡਾ ਪਾਪ ਖੱਟ ਰਿਹਾ ਪ੍ਰਿਥੀ ਚੰਦ, ਸਾਰੇ ਪਾਪ ਬਖਸ਼ੇ ਜਾਂਦੇ ਨੇ। ਜਨਮ ਦੇਣ ਵਾਲੇ ਮਾਂ ਪਿਓ ਨਾਲ ਝਗੜਾ ਕਰਨਾ ਸਭ ਤੋਂ ਵੱਡਾ ਪਾਪ ਹੁੰਦਾ ਹੈ, ਇਹ ਤੋਂ ਵੱਡਾ ਪਾਪ ਕਮਾ ਰਿਹਾ। ਹੁਣ ਸਤਿਗੁਰੂ ਅੰਮ੍ਰਿਤਸਰ ਸਾਹਿਬ ਛੱਡ ਕੇ ਪ੍ਰਿਥੀ ਚੰਦ ਦੀ ਵਜ੍ਹਾ ਨਾਲ ਗੁਰੂ ਰਾਮਦਾਸ ਮਹਾਰਾਜ ਗੋਇੰਦਵਾਲ ਸਾਹਿਬ ਆ ਗਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਗੋਇੰਦਵਾਲ ਸਾਹਿਬ ਆ ਕੇ ਆਪਣਾ ਸਰੀਰ ਛੱਡਿਆ। ਸਾਧ ਸੰਗਤ ਉੱਥੇ ਹੀ ਮਾਤਾ ਭਾਨੀ ਜੀ ਨੂੰ ਨਾਲ ਲੈ ਕੇ ਆਏ, ਕਹਿੰਦੇ ਪ੍ਰਿਥੀ ਚੰਦ ਨੂੰ ਸਾਡੇ ਦਰਸ਼ਨ ਨਹੀਂ ਹੋਣੇ ਚਾਹੀਦੇ। ਜਿਹੜਾ ਮਾਂ ਪਿਓ ਦੀ ਕਦਰ ਨਾ ਕਰੇ ਉਹ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ, ਇਹ ਪ੍ਰਿਥੀ ਚੰਦ ਸਭ ਤੋਂ ਵੱਡਾ ਪਾਪ ਪਤਾ ਕਿਹੜਾ ਹੈ? ਜਨਮ ਦੇਣ ਵਾਲੇ ਪਿਓ ਨਾਲ ਝਗੜਾ ਕਰਨਾ।
काहे पूत झगरत हो संग बाप, जिनके जने बडीरे तुम हो, तिन स्यों झगरत पाप। जिन्हां ने तैनू जन्म दिता है, दुनिया विखाई, उन्हां नाल झगड़ा करना पाप है। मैं कई बार कथा 'च बेनती करना हुन्ना, साध संगत गुरु घर में सेवा थोड़ी होवे तां भी प्रवान है, पर घर में बैठे बजुर्गों कोलों बद सीस ना लियो, उन्हां दी सेवा जरूर करनी चाहिए। ਜਿਹੜੇ ਆਪਣੇ ਘਰ ਬੈਠੇ ਬਜ਼ੁਰਗ ਮਾਂ ਪਿਓ ਦੀ ਸੇਵਾ ਨਾ ਕਰਨ, ਗੁਰਦੁਆਰੇ ਆ ਕੇ ਕਹਿਣ ਜੀ 4 ਵਜੇ ਆਈਦਾ ਸੀ ਤਾਂ ਪਹਿਲਾਂ ਝਾੜੂ ਫੇਰੀਦਾ, ਆ ਜੀ ਚਾਦਰਾਂ ਤਾਂ ਸਾਡੀ ਸੇਵਾ ਹੈ। ਮੈਨੂੰ ਮਾਫ ਕਰਿਓ, ਕਈ ਬੰਦੇ ਘਰ ਬੈਠੇ ਬਜ਼ੁਰਗਾਂ ਦੀ ਸੇਵਾ ਨਹੀਂ ਕਰਦੇ। ਐਤਵਾਰ ਵੇਖਿਓ ਜਿੱਥੇ ਕਿਤੇ ਹੋਵੇ ਉੱਥੇ ਝਾੜੂ ਦੇਣ ਲੱਗੇ ਹੁੰਦੇ ਆ, अपना कूड़ा कढ़ के गुआढ़ी मोहरे ला देंगे, गुरुद्वारे जाके किसी धार्मिक स्थान पर झाड़ू फेरी जाएंगे, वो की सेवा प्रवान नहीं है। पहला भाई अपना आप सवार, अपने घर बैठे बजुर्गों की सेवा कर, फिर रब की थोड़ी की सेवा भी प्रवान है। काहे पूत झगरत हो संग बाप, जिनके जने बडीरे तुम हो, तिन स्यों झगरत पाप। श्री गुरु रामदास महाराज सच्चे पातशाह जी की खुशी ना लई प्रीति चंद ने, वो धन गुरु रामदास जिन्हां दा नाम सुन के वड्डे वड्डे पापियां दा उद्धार हो गया। एक बाबा प्रीति चंद पुत्र होकर भी खाली रह गया। क्यों भाई? गुरु दा भै नहीं रखिया, गुरु दा अदब नहीं रखिया। भट्ट साहिबाना बचन कहा, जिदण गुरु रामदास महाराज गुरपुरी देवपुरी सुधारे, उदण कहते जय जयकार होई तुर दरगाह तक। उत्थे बैठे धर्मराज ने भी उठ के जय जयकार की। धरती तो वड्डी करामात वाले गुरु रामदास आए ने, जिन्हां दे शरीर विच प्रतख रब वरतदा रहा। धन धन रामदास गुर, जिन सिरिया तिने सवारिया। पूरी होई करामात आप सिरजनहारे धारिया। ते कहंदे धर्मराज ने भी अदब किया। ते जिहड़ियां उस दिन धरती तो पापी रूहां मर के जा रही सन, उन्हां नूं कुरलाट पै रहा, सजावां मिल रही सन। ते भट्ट साहिबाना लिखिਆ, कहंदे जदों धन गुरु रामदास महाराज की आमद सुनी, अपने पापां करके वो पापी रूहां डर के कंब के भज गईयां। ते जिन्हां दे कन्नां विच आवाज़ पै गई ना, धन गुरु रामदास, धन गुरु रामदास, धन गुरु रामदास, जय जयकार गुरु रामदास। ये आवाज़ जिन्हां दे कन्नां विच पई, उस वक्त धरती तो मर के गईयां पापी रूहां भी मुक्त हो गई। कहंदे वड्डे तो वड्डे पापी दा पाप भी उदों खत्म हो गया जदों कंन विच आवाज़ पै गई, धन गुरु रामदास। इन्नी वड्डी गुरु की बख्शिश। पर नाल सानूं हदायत कीती, भाई अपने घरदियां दा, वड्डियां दा, परिवार दा सन्मान करो, फिर गुरु का दिता शब्द तुहानूं निरंकार तक लै जाएगा। भट्ट साहिबाना लिखिਆ, देवपुरी में गयो, जिदण गुरु रामदास महाराज ज्योति जोत समाए। अज दा वो दिन है, देवपुरी में गयो, आप परमेश्वर भायो। हर सिंघासन दियो, श्री गुर तैं बैठायो। रहस कियो सुर देव तोए जस जय जय जंपै। ते अगे कहंदे असुर गए ते भाग, पाप तिन भीतर कंपै। काटे सो पाप तिने नरू के, उन्हां दे पाप कट्टे गए। किन्हां दे? काटे सो पाप तिने नरू के, गुर रामदास जिन पायो। जिन्हां दे कन्नां च आवाज़ पई गुरु रामदास, इन्नी आवाज़ पै गई गुरु रामदास, उहदे नाल ही मुक्त हो गए। काटे सो पाप तिन नरो के, गुर रामदास जिन पायो। छत्र सिंघासन प्रथमी, गुर अर्जन को दे आयो। भाई उन्हों दे पाप मुक गए, जिन्हां दे कन्नां च आवाज़ पई, धन गुरु रामदास। एक सवैया होर मैं कहां, उत्थे भट्ट साहिबाना कहा, कोई बंदा मन विच कवे धन गुरु रामदास, धन गुरु रामदास, कहते भाई उहदे सारे दुख कट्टे जाते। कोई बंदा रसना तो जपे धन गुरु रामदास, धन गुरु रामदास, उहदे घर दा दलिद्र खत्म हो जाता।
ਕੋਈ ਬੰਦਾ ਬਚਨਾਂ ਨਾ ਜਪਦਿਆਂ ਜਪਦਿਆਂ ਕਰਮਾਂ ਵਿੱਚ ਗੁਰੂ ਰਾਮਦਾਸ ਮਹਾਰਾਜ ਨੂੰ ਲੈ ਆਵੇ, ਕਿਤੇ ਸੁੱਤਿਆਂ ਸੁਪਨੇ ਵਿੱਚ ਵੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਨਾਮ ਉਹਨੂੰ ਚੇਤੇ ਆ ਜਾਏ, ਉਹ ਤਾਂ ਜਨਮ ਮਰਨ ਤੋਂ ਮੁਕਤ ਹੋ ਜਾਂਦਾ। ਇੱਥੋਂ ਤੱਕ ਲਿਖਿਆ, ਮਨਸਾ ਕਰ ਸਿਮਰੰਤ ਤੁਜੈ, ਤਿਨ ਕਾਮ ਕ੍ਰੋਧ ਮਿਟਿਓ ਜੋ ਤਿਨ, ਵਾਚਾ ਕਰ ਸਿਮਰੰਤ ਤੁਜੈ, ਤਿਨ ਦੁਖ ਦਰਿਦਰ ਮਿਟਿਓ ਜੋ ਖਿਣ, ਕਰਮ ਕਰ ਤੋਏ ਦਰਸ ਪਰਸ ਪਾਰਸ ਸਰ, ਵੱਲ ਭੱਟ ਜਸ ਗਾਇਓ, ਸ਼੍ਰੀ ਗੁਰ ਰਾਮਦਾਸ ਜਯੋ ਜੈ, ਜਗ ਮੈਂ ਤੈਂ ਹਰ ਪਰਮ ਪਦ ਪਾਇਓ। ਜਿਨੀ ਸਿਮਰਿਆ ਧੰਨ ਗੁਰੂ ਰਾਮਦਾਸ, ਉਹ ਬੰਦੇ ਜਨਮ ਮਰਨ ਤੋਂ ਮੁਕਤ ਹੋ ਗਏ। ਥੋੜੇ ਦਿਨ ਪਹਿਲਾਂ ਇੱਕ ਮੈਂ ਕਥਾ ਸੁਣਾਈ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ 'ਚ ਇੱਕ ਪਰਿਵਾਰ ਗਿਆ ਪਟਿਆਲੇ ਤੋਂ। ਉਹਨਾਂ ਦੇ ਨੰਬਰ ਰੱਖਣੇ ਪੈਂਦੇ ਨੇ, ਕਿਉਂਕਿ ਲਾਈਵ ਸਿਸਟਮ ਚੱਲਦਾ ਹੈ ਤੇ ਲੋਕ ਸਵਾਲ ਕਰਦੇ ਨੇ, ਇਹ ਕਿਵੇਂ ਹੋ ਸਕਦਾ ਜੀ। ਉਹ ਮਾਈ ਵਿਚਾਰੀ, ਉਹ ਕਹਿੰਦੀ, ਭਾਈ ਸਾਹਿਬ ਜੀ 13 ਸਾਲ ਸਾਡੇ ਵਿਆਹ ਨੂੰ ਹੋ ਗਏ ਤੇ ਸਾਡੇ ਔਲਾਦ ਨਾ ਹੋਈ ਕੋਈ। ਅਸੀਂ ਬੜੇ ਭਟਕਦੇ ਰਹੇ। ਦੁਖੀ ਬੰਦਾ ਜਿੱਥੇ ਕੋਈ ਦੱਸੇ ਉੱਥੇ ਉਹ ਚਲੇ ਜਾਂਦਾ, ਕਿਉਂ ਦੁੱਖ ਹੁੰਦਾ। ਜਿੱਥੇ ਕਿਸੇ ਨੇ ਦੱਸਿਆ ਉੱਥੇ ਜਾਂਦੇ ਰਹੇ। ਜੋ ਕਿਸੇ ਨੇ ਧਾਗਾ ਤਵੀਤ ਕੋਈ ਹੋਰ ਕਰਮ ਕਹੇ, ਪੂਜਾ ਪਾਠ ਦੀਵਾ ਬੱਤੀ ਕਰਦੇ ਰਹੇ। ਉਹਦੇ ਨਾਲ ਨਾਲ ਉਹ ਕਹਿੰਦੀ, ਭਾਈ ਸਾਹਿਬ ਜੀ ਅਸੀਂ ਡਾਕਟਰਾਂ ਤੋਂ ਦਵਾਈਆਂ ਵੀ ਲੈਂਦੇ ਰਹੇ, ਇੰਨੀ ਕੁ ਦਵਾਈ ਖਾ ਲਈ ਕਿ ਸਰੀਰ ਗਲਣ ਲੱਗ ਗਿਆ ਦਵਾਈ ਨਾਲ, ਕਿਉਂਕਿ ਐਲੋਪੈਥੀ ਦਵਾਈ ਹੈ, ਇਹ ਲੰਬਾ ਸਮਾਂ ਖਾ ਲਓ ਰੋਗ ਪੈਦਾ ਕਰਨ ਲੱਗ ਪੈਂਦੇ। ਉਹ ਕਹਿੰਦੀ ਮੇਰਾ ਸਰੀਰ ਫੁੱਲਣ ਲੱਗ ਪਿਆ, ਸਰੀਰ ਵਿੱਚ ਰੋਗ ਦਰਦਾਂ ਰਹਿਣ ਲੱਗ ਪਈਆਂ, ਹੋਰ ਬਿਮਾਰੀਆਂ ਕ੍ਰੀਏਟ ਹੋ ਗਈਆਂ। 13 ਸਾਲ ਮੈਂ ਦਵਾਈਆਂ ਖਾ ਖਾ ਕੇ ਮੈਂ ਥੱਕ ਗਈ। ਜਿੱਥੇ ਕਿਸੇ ਸਹੁਰਿਆਂ ਨੇ ਕਿਹਾ, ਭੂਆ ਸੱਸ ਨੇ ਕਿਹਾ, ਮਾਮੀ ਸੱਸ ਨੇ ਕਿਹਾ, ਉੱਧਰ ਜਾਂਦੇ ਰਹੇ। ਕਹਿੰਦੀ ਅਖੀਰ 13 ਸਾਲਾਂ ਬਾਅਦ ਮੈਂ ਇੱਕ ਦਿਨ ਰੋ ਕੇ ਆਪਣੇ ਘਰ ਵਾਲੇ ਨੂੰ, ਜਦੋਂ ਸਵੇਰ ਤੋਂ ਉੱਠਣਾ ਨਾ ਹੋਇਆ ਸਰੀਰ ਦਰਦਾਂ ਨਾ, ਤੇ ਕਹਿੰਦੀ ਮੈਂ ਰੋ ਕੇ ਕਿਹਾ ਵੀ ਮੈਂ ਹੁਣ ਕਿਤੇ ਨਹੀਂ ਜਾਣਾ, ਮੈਂ ਕਿਸੇ ਕੋਲੋਂ ਦਵਾਈ ਨਹੀਂ ਲੈਣੀ, ਨਾ ਮੈਂ ਕਿਸੇ ਜਗ੍ਹਾ ਤੇ ਜਾਣਾ। ਕਹਿੰਦੇ ਮੈਨੂੰ ਰੋਂਦਿਆਂ ਵੇਖ ਕੇ ਘਰ ਵਾਲੇ ਨੇ ਕਿਹਾ, ਕੋਈ ਗੱਲ ਨਹੀਂ, ਜੇ ਸਾਡੇ ਭਾਗਾਂ 'ਚ ਨਹੀਂ ਔਲਾਦ, ਆਪਾਂ ਕਾਹਨੂੰ ਤੂੰ ਦਵਾਈਆਂ ਖਾ ਕੇ ਸਰੀਰ ਆਪਣਾ ਗਾਲ ਲਿਆ, ਨਹੀਂ ਆਪਾਂ ਹੁਣ ਨਹੀਂ ਦਵਾਈ ਕਿਤੋਂ ਲੈਣੀ। ਕਹਿੰਦੀ ਉਹ ਵੀ ਮੇਰੇ ਨਾਲ ਸਹਿਮਤ ਹੋ ਗਏ। ਫਿਰ ਕਹਿੰਦੀ ਮੇਰੇ ਮਨ ਵਿੱਚ ਰੋਂਦਿਆਂ ਫੁਰਨਾ ਆਇਆ, ਜਿਹਦੀ ਕਿਤਿਓਂ ਅਰਦਾਸ ਨਹੀਂ ਪੂਰੀ ਹੁੰਦੀ, ਉਹਦੀ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੁਣਦੇ ਨੇ। ਕਹਿੰਦੀ ਮੈਂ ਘਰ ਵਾਲੇ ਨੂੰ ਕਿਹਾ ਆਪਾਂ ਦਰਬਾਰ ਸਾਹਿਬ ਚਲੀਏ, ਖਬਰਿਆ ਕਿਹੜਾ ਕੋਈ ਪਾਪ ਹੋਇਆ ਸਾਡੇ ਕੋਲੋਂ ਜਿਹੜਾ ਸਾਡੇ ਵਾਸਤੇ ਗੁਰੂ ਨੇ ਰੋਕਿਆ ਹੋਇਆ। ਸਾਧ ਸੰਗਤ ਉਸ ਦਰ ਤੇ ਪਾਪ ਕੱਟੇ ਜਾਂਦੇ ਨੇ। ਚਲੇ ਗਏ ਉਹ ਦੋਵੇਂ ਜੀ। ਉਹ ਕਹਿੰਦੀ ਅਸੀਂ 3 ਦਿਨ ਸੇਵਾ ਕੀਤੀ, ਰਹਿ ਕੇ ਬਰਤਨਾਂ ਦੀ ਸੇਵਾ, ਭਾਂਡਿਆਂ ਦੀ ਸੇਵਾ ਕਰਦੇ ਰਹੇ, ਲੰਗਰ ਦੀ ਸੇਵਾ ਕਰਦੇ ਰਹੇ। 3 ਦਿਨ ਉੱਥੇ ਰਹੇ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪ੍ਰਕਾਸ਼ ਪੁਰਬ ਚੱਲ ਰਿਹਾ ਸੀ। ਉਹ ਮਾਈ ਕਹਿੰਦੀ 3 ਦਿਨ ਪਤਾ ਨਹੀਂ ਕਿੰਨੀ ਵਾਰ ਮੇਰੀਆਂ ਅੱਖਾਂ ਵਿੱਚ ਹੰਝੂ ਆਏ ਵਿਰਾਗ ਦੇ। ਗੁਰੂ ਕੋਲੋਂ ਮੰਗਦੀ ਰਹੀ, ਦਾਤਾ ਆਹ ਸਰੀਰ ਨੂੰ ਬੱਚਾ ਲੱਭਦਿਆਂ ਹੋਰ ਰੋਗ ਲੱਗ ਗਏ ਨੇ, ਪੁੱਤਰ ਬੱਚੇ ਧੀਆਂ, ਕੋਈ ਔਲਾਦ ਨਹੀਂ ਹੋਈ, ਸਰੀਰ ਹੋਰ ਰੋਗੀ ਹੋ ਗਿਆ। ਕਹਿੰਦੀ ਕਿੰਨੀ ਵਾਰ ਮਨ ਭਰਿਆ, ਸੇਵਾ ਕਰਦੇ ਰਹੇ, ਪਾਠ ਕਰਦੇ ਰਹੇ। 3 ਦਿਨ ਕਹਿੰਦੀ ਦੁੱਖ ਭੰਜਨੀ ਵੇਰ ਦੇ ਕੋਲ ਜਿੱਥੇ ਥੜਾ ਸਾਹਿਬ ਬਣਿਆ, ਉੱਥੇ ਸੰਗਤ ਬਹਿ ਕੇ ਪਾਠ ਵੀ ਕਰਦੀ ਹੈ। ਕਹਿੰਦੀ ਉਸ ਥੜੇ ਤੇ ਉੱਥੇ ਬਹਿ ਕੇ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੀ ਸੀ। ਇੱਕ ਸਿੰਘ ਉੱਚਾ ਲੰਮਾ ਆਇਆ, ਮੈਂ ਨਹੀਂ ਵੇਖਿਆ ਉਹ ਕੌਣ ਹੈ। ਉਹਨੇ ਬੇਰੀ ਦੀ ਟਾਹਣੀ ਪਕੜ ਕੇ ਇਦਾਂ ਹਲੂਣਾ ਦਿੱਤਾ। ਉਹਨੇ ਵੇਰ ਤੋੜਨੇ ਹੋਣਗੇ ਤਾਂ ਕਹਿੰਦੀ ਗੁਟਕਾ ਖੋਲ੍ਹਿਆ, ਮੈਂ ਇਦਾਂ ਪਾਠ ਕਰ ਰਹੀ ਹਾਂ, ਬੇਰੀ ਦੇ ਪੱਤੇ ਝੜ ਕੇ ਨਾ 3 ਪੱਤੇ ਉਹਦੇ ਗੁਟਕੇ ਤੇ ਡਿੱਗ ਪਏ। ਉਹ ਕਹਿੰਦੀ ਮੈਂ ਸਤਿਕਾਰ ਵਜੋਂ ਚੁੱਕ ਲਏ ਤੇ ਚੁੱਕ ਕੇ ਕਹਿੰਦੀ ਭਾਈ ਸਾਹਿਬ ਜੀ ਜਦੋਂ ਪਾਠ ਸਮਾਪਤ ਹੋਇਆ, ਮੈਂ ਉਹ 3 ਹੀ ਪੱਤੇ ਨਾ ਅਦਬ ਸਤਿਕਾਰ ਵਜੋਂ ਚੁੱਕ ਕੇ ਤੇ ਮੈਂ ਉਹ ਮੂੰਹ ਵਿੱਚ ਪਾ ਲੈ, ਖਾ ਲਏ 3 ਪੱਤੇ। ਕਹਿੰਦੀ ਫਿਰ ਅਸੀਂ ਕਮਰੇ ਵਿੱਚ ਚਲੇ ਗਏ, ਫਿਰ ਲੰਗਰ ਵਿੱਚ ਜਾ ਕੇ ਸੇਵਾ ਕੀਤੀ। ਫਿਰ ਸ਼ਾਮਾਂ ਨੂੰ ਜਦੋਂ ਵਾਪਸ ਆਉਣਾ ਸੀ ਤਾਂ ਕਹਿੰਦੀ 3 ਦਿਨ ਜਦੋਂ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਗਏ, ਦਰਸ਼ਨੀ ਡਿਓੜੀ ਤੋਂ ਅੰਦਰਲੀ ਹਦੀਰ ਤੱਕ ਅਸੀਂ ਜਾ ਰਹੇ ਸੀ। ਬਹੁਤ ਸੰਗਤ ਦੀ ਭੀੜ, ਰਸ਼ ਬੜੀ ਸੀ ਸੰਗਤ। ਤਾਂ ਕਹਿੰਦੀ ਫੁੱਲਾਂ ਨਾਲ ਸਜਿਆ ਹੋਇਆ ਸਾਰਾ 4 ਚੁਫੇਰਾ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਕਰਕੇ। ਤਾਂ ਕਹਿੰਦੀ ਅਚਾਨਕ
ਉੱਪਰੋਂ ਪਤਾ ਨਹੀਂ ਕੋਈ ਪੰਛੀ ਉੜਿਆ, ਚਿੜੀ ਉੜੀ, ਤਾਂ ਕਹਿੰਦੀ ਉਹ ਜਿਹੜੀ ਫੁੱਲਾਂ ਦੀ ਲੜੀ ਸੀ ਨਾ ਭਾਈ ਸਾਹਿਬ, ਇੱਕ ਗੁਲਾਬ ਦਾ ਫੁੱਲ ਟੁੱਟ ਕੇ ਮੇਰੇ ਮੂਹਰੇ ਡਿੱਗ ਪਿਆ। ਸੰਗਤ ਬਹੁਤ ਸੀ, ਉਹਨਾਂ ਚੁੱਕ ਲਿਆ। ਤਾਂ ਕਹਿੰਦੀ ਉਹ ਫੁੱਲ ਦੀਆਂ ਪੰਖੜੀਆਂ ਪੱਤੀਆਂ ਖਿਲਰ ਗਈਆਂ, ਜਿਵੇਂ ਜਿਵੇਂ ਸੰਗਤ ਦੇ ਹੱਥ ਆਈ ਉਹਨਾਂ ਚੁੱਕ ਲਏ। 3 ਪੱਤੀਆਂ ਉਹ ਕਹਿੰਦੀ ਭਾਈ ਸਾਹਿਬ ਜੀ ਮੇਰੇ ਹੱਥ ਆਈਆਂ, ਮੈਂ ਚੁੱਕ ਲਈਆਂ, ਮੈਂ ਆਪਣੇ ਹੱਥ ਵਿੱਚ ਰੱਖੀਆਂ। 3 ਪੱਤੀਆਂ ਉਹ ਗੁਲਾਬ ਦੇ ਫੁੱਲ ਦੀਆਂ, ਉਹ ਮੈਂ ਅੰਦਰ ਜਾਂਦਿਆਂ ਜਾਂਦਿਆਂ ਮੂੰਹ ਵਿੱਚ ਪਾ ਕੇ ਖਾ ਲਈਆਂ। ਮੱਥਾ ਟੇਕ ਕੇ ਅਰਦਾਸ ਕੀਤੀ, ਮਹਾਰਾਜ ਕਿਰਪਾ ਤਰਸ ਕਰਿਓ, ਤੁਹਾਡਾ ਪ੍ਰਕਾਸ਼ ਪੁਰਬ ਹੈ, ਤੁਹਾਡੇ ਦਰ ਤੋਂ ਕੋਈ ਖਾਲੀ ਨਹੀਂ ਗਿਆ, ਸਾਨੂੰ ਵੀ ਖਾਲੀ ਨਾ ਭੇਜਿਓ। ਕਹਿੰਦੀ ਮੇਰੇ ਮਨ 'ਚ ਵਾਰ-ਵਾਰ ਫੁਰਨਾ ਆਉਂਦਾ ਸੀ, ਬੇਰੀ ਦੇ ਪੱਤੇ ਵੀ 3 ਤੇ ਗੁਲਾਬ ਦੀਆਂ ਪੱਤੀਆਂ ਵੀ 3 ਡਿੱਗੀਆਂ। ਕਹਿੰਦੀ ਅਸੀਂ ਚਲੇ ਗਏ ਘਰ। ਕਹਿੰਦੇ ਭਾਈ ਸਾਹਿਬ ਜੀ ਜਿਹੜਾ ਕੰਮ 13 ਸਾਲਾਂ ਵਿੱਚ ਨਹੀਂ ਹੋਇਆ, ਕਿਤੇੋਂ ਦਵਾਈਆਂ ਖਾ ਕੇ ਧੂਪ ਬੱਤੀ ਚਿਰਾਗ ਕਰਕੇ ਮੱਥੇ ਟੇਕ ਕੇ 13 ਸਾਲਾਂ 'ਚ ਨਹੀਂ ਕੰਮ ਬਣਿਆ, ਉਹ 3 ਦਿਨਾਂ ਬਾਅਦ ਹੋ ਗਿਆ। 3 ਦਿਨਾਂ ਬਾਅਦ ਅਕਾਲ ਪੁਰਖ ਦੀ ਨਜ਼ਰ ਹੋਈ, ਉਹਨਾਂ ਦੀ ਜਿਹੜੀ ਪ੍ਰੈਗਨੈਂਸੀ ਰਿਪੋਰਟ ਸੀ ਉਹ ਪੋਜ਼ਿਟਿਵ ਆ ਗਈ। ਇਹ ਬੜੀ ਕਰਾਮਾਤ ਵਾਲੀ ਗੱਲ ਸੀ। ਕਹਿੰਦੀ ਫਿਰ ਅਸੀਂ ਡਾਕਟਰ ਉੱਥੋਂ ਲੱਭ ਕੇ ਉਸੇ ਡਾਕਟਰ ਕੋਲੋਂ ਟ੍ਰੀਟਮੈਂਟ ਕਰਾਉਣ ਲੱਗ ਪਏ। ਉਹਨੇ ਦਵਾਈਆਂ ਦਿੰਦੇ ਰਹੇ, ਕਾਰਡ ਬਣ ਗਿਆ। 6 ਮਹੀਨੇ ਲੰਘ ਗਏ ਤਾਂ ਬੱਚਾ ਗਰਭ ਵਿੱਚ ਪਲ ਰਿਹਾ ਸੀ। 6 ਮਹੀਨਿਆਂ ਬਾਅਦ ਅਚਾਨਕ ਡਾਕਟਰ ਨੇ ਸਕੈਨ ਕਰਕੇ ਸਾਨੂੰ ਡਰਾ ਦਿੱਤਾ। ਕਹਿੰਦੀ ਜਦੋਂ ਉਹਨੇ ਸਕੈਨ ਕੀਤੀ, ਉਹੀਓ ਡਾਕਟਰ ਸਕੈਨ ਕਰਕੇ ਕਹਿੰਦਾ ਭਾਈ ਸਾਹਿਬ ਜੀ ਘਰ ਵਾਲੇ ਨੂੰ, ਸਰਦਾਰ ਜੀ ਇਸ ਸਮੇਂ ਤੋਂ ਪਹਿਲਾਂ ਆਪਰੇਸ਼ਨ ਕਰਨਾ ਪੈਣਾ, ਕੇਸ ਬੜਾ ਕੰਪਲਿਕੇਟਡ ਹੈ, ਖਤਰੇ ਵਾਲਾ ਹੈ, ਤਾਂ ਹੋ ਸਕਦਾ ਇਹਦੇ ਵਿੱਚ ਤੁਹਾਨੂੰ ਲਿਖ ਕੇ ਦੇਣਾ ਪੈਣਾ, ਜਨਮ ਦੌਰਾਨ ਇਹ ਘਰ ਵਾਲੀ ਵੀ ਤੇਰੀ ਮਰ ਸਕਦੀ ਹੈ, ਇਹ ਲੁਕਾਉਣਾ ਨਹੀਂ, ਅਸੀਂ ਬੱਚਾ ਵੀ ਮਰ ਸਕਦਾ। ਕਹਿੰਦੇ ਅਸੀਂ ਡਰ ਗਏ। ਆਪੇ ਹੀ ਮਹਾਰਾਜ ਨੇ ਦਾਤ ਦਿੱਤੀ ਹੈ ਤੇ ਦਾਤਾਂ ਦੇਣ ਵਾਲਾ ਦਾਤਾ ਐਂ ਕਿਵੇਂ ਕਰ ਸਕਦਾ ਹੈ। ਕਹਿੰਦੀ ਫਿਰ ਮੇਰੇ ਮਨ 'ਚ ਆਇਆ ਡਾਕਟਰ ਸਾਹਿਬ ਇਹ ਤਾਂ ਦੱਸੋ ਕਿਉਂ। ਉਹ ਡਾਕਟਰ ਨੇ ਸਕੈਨ ਮੋਰੇ ਰੱਖ ਕੇ ਕਿਹਾ ਹੁਣ ਤੱਕ ਤਾਂ ਕੇਸ ਮੈਂ ਸਕੈਨ ਕੀਤਿਆਂ 3 ਮਹੀਨੇ ਹੋ ਗਏ, ਪਹਿਲਾਂ ਬਿਲਕੁਲ ਸਹੀ ਸੀ, ਹੁਣ 6 ਮਹੀਨਿਆਂ ਬਾਅਦ ਸਕੈਨ ਕੀਤੀ। ਉਹ ਡਾਕਟਰ ਬੋਲਿਆ, ਕਹਿੰਦਾ ਸਰਦਾਰ ਜੀ ਤੁਹਾਡੇ ਘਰ ਵਾਲੀ ਦੇ ਗਰਭ ਦੇ ਅੰਦਰ 1 ਬੱਚਾ ਨਹੀਂ ਹੈ, 3 ਬੱਚੇ ਪਲ ਰਹੇ ਨੇ, ਉਹਦੇ ਵਿੱਚੋਂ ਸਾਨੂੰ ਖਤਰਾ ਹੈ। 1 ਬੱਚਾ ਸਹੀ ਸਲਾਮਤ ਹੋ ਸਕਦਾ ਹੈ, 2 ਮਰ ਸਕਦੇ ਨੇ। ਜੇ ਅਸੀਂ ਉਡੀਕ ਕੀਤੀ ਪੂਰੇ ਸਮੇਂ ਦੀ ਤਾਂ ਹੋ ਸਕਦਾ ਤੁਹਾਡੇ ਘਰ ਵਾਲੀ ਵੀ ਮੁੱਕ ਸਕਦੀ ਹੈ। ਤਾਂ ਉਹ ਡਾਕਟਰ ਨੂੰ ਉਹਨਾਂ ਕਿਹਾ ਜੀ ਤੁਸੀਂ ਦਵਾਈ ਦਿਓ, ਟ੍ਰੀਟਮੈਂਟ ਕਰੋ, ਜਦੋਂ ਟਾਈਮ ਕੋਲ ਆਏਗਾ ਫਿਰ ਦੇਖਾਂਗੇ। ਤਾਂ ਸਾਧ ਸੰਗਤ ਉਹ ਦਵਾਈ ਲੈ ਕੇ ਭੈਣ ਜੀ ਕਹਿੰਦੇ ਅਸੀਂ ਘਰ ਆ ਗਏ। ਕਹਿੰਦੀ ਰੋਜ਼ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਨਾ, ਰੋਜ਼ ਅਰਦਾਸ ਕਰਨੀ, ਗੁਰੂ ਰਾਮਦਾਸ ਮਹਾਰਾਜ ਦਾਤਾਂ ਤੁਸੀਂ ਦਿੱਤੀਆਂ ਨੇ, ਐ ਹੋ ਨਹੀਂ ਸਕਦਾ, ਤੇਰੀ ਦਿੱਤੀ ਦਾਤ ਕਿਵੇਂ ਖਤਮ ਹੋ ਸਕਦੀ ਹੈ। ਜੇ ਤੁਸੀਂ ਸਾਡੇ ਭਾਗਾਂ 'ਚ ਲਿਖਿਆ ਤੇ ਮਹਾਰਾਜ ਹੁਣ ਜਨਮ ਵੀ ਤੁਸੀਂ ਕਰਾਉਣਾ। ਕਹਿੰਦੀ 3 ਮਹੀਨੇ ਅਰਦਾਸਾਂ ਬੇਨਤੀਆਂ ਪਾਠ ਚੱਲਦੇ ਰਹੇ ਤੇ ਪੂਰੇ 9 ਮਹੀਨਿਆਂ ਤੱਕ ਉਹ ਕੇਸ ਚਲਾ ਗਿਆ। ਡਾਕਟਰ ਵੀ ਹੈਰਾਨ ਸੀ। ਫਿਰ ਸਾਧ ਸੰਗਤ 9 ਮਹੀਨਿਆਂ ਬਾਅਦ ਉਹ ਬੱਚਿਆਂ ਦੇ ਜਨਮ ਹੋਏ। 3 ਹੀ ਬੱਚੇ ਅੱਜ ਤੰਦਰੁਸਤ ਨੇ, ਉਹ ਬੀਬੀ ਵੀ ਤੰਦਰੁਸਤ ਹੈ। ਅੱਜ ਬੱਚਿਆਂ ਨੂੰ 5ਵਾਂ ਸਾਲ ਲੱਗ ਗਿਆ, 3 ਬੱਚੇ ਤੰਦਰੁਸਤ ਨੇ। ਇਹ ਗੁਰੂ ਦੇ ਘਰ ਦੀ ਵਡਿਆਈ ਹੈ ਭਾਈ। ਜਿਹਨੂੰ ਕਿਤੇੋਂ ਨਾ ਕੁਝ ਮਿਲੇ ਉਹ ਗੁਰੂ ਦੇ ਦਰ ਤੋਂ ਉਹਨੂੰ ਵਡਿਆਈ ਮਿਲਦੀ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਤਾਈਓ ਸਾਡਾ ਵਿਸ਼ਵਾਸ ਬੰਨਿਆ। ਕੱਲਾ ਸ਼ਬਦ ਨੂੰ ਗੁਰੂ ਮੰਨ ਕੇ ਨਾ ਤੂੰ ਚੱਲੀ ਜਾਈ, ਅੰਦਰ ਵਿਸ਼ਵਾਸ ਵੀ ਰੱਖੀ। ਕਹੀ ਨਾ ਜਾਈ ਮੇਰਾ ਗੁਰੂ ਸ਼ਬਦ ਹੈ, ਸ਼ਬਦ ਦਾ ਭਰੋਸਾ ਵੀ ਰੱਖੀ। ਜਿੱਦਣ ਗੁਰੂ ਤੇ ਭਰੋਸਾ ਰੱਖ ਕੇ ਚੱਲੇਗਾ ਉਦਣ ਗੁਰੂ ਨੇ ਲਿਖ ਕੇ ਤੈਨੂੰ ਦਿੱਤਾ ਅਨਕੰਡੀਸ਼ਨਲ। ਗੁਰੂ ਨੇ ਕਿਹਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਪਰ ਇਹ ਤੋਂ ਪਹਿਲਾਂ ਸ਼ਰਤ ਵੀ ਕਹੀ ਹੈ। ਉਹ ਸ਼ਰਤ ਕੀ ਹੈ? ਸਤੋਂ ਮੰਗਿਆ ਨਹੀਂ ਕੁਝ ਵੀ ਗੁਰੂ ਨੇ, ਇੰਨੀ ਗੱਲ ਕਹੀ ਬਸ ਤੂੰ ਭਰੋਸਾ ਰੱਖਣੇ ਕਿ ਕਿਰਪਾ ਕਟਾ ਕਬ ਲੋਕਨ ਕੀਨੋ। ਇੱਕੋ ਹੀ ਗੁਰੂ ਅੱਗੇ ਅਰਦਾਸ ਕਰੀ, ਦਾਸ ਕਾ ਦੁਖ ਵੇਦਾਰਿਓ, ਹਰ ਜਨ ਰਾਖੈ ਗੁਰ ਗੋਬਿੰਦ, ਕੰਠ ਲਾਏ ਅਵਗਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ। ਇਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਵਡਿਆਈ ਹੈ। ਸਾਧ ਸੰਗਤ ਜ਼ਿੰਦਗੀ ਵਿੱਚ ਜਦੋਂ ਵੀ ਕਿਸੇ ਚੀਜ਼ ਦੀ ਜ਼ਰੂਰਤ ਪਵੇ ਯਤਨ ਕਰਿਓ, ਕਿਸੇ ਬੰਦੇ ਕੋਲੋਂ ਨਾ ਮੰਗਣ ਜਾਇਓ।
किसे थां जगह कोलों ना मंगण जायो, साध संगत सब तो वड्डे दाते गुरु ग्रंथ साहिब महाराज तो मंगियो। ये गुरु दे दर तो मंगे ते भिखारी भी राजे बन जाते ने, ये भिखारियां नूं भी राजे बना दिंदा है। इसलिए गुरु उत्ते विश्वास रखियो। आपां कल्ला गुरु ग्रंथ साहिब महाराज दा पुरब ही नहीं मनाउणा, गुरु ते विश्वास ते भरोसा भी रखना है। जे भरोसा रखोगे गुरु फिर चौगुना निहाल करदा है। श्री गुरु अर्जन देव महाराज दे सिख होए ने भैरोवाल, वो माई दे इतिहास विच लिखिया इक्को ही बच्चा सी। उन्हें गुरु के सिखां दी प्रशादे भोजन की सेवा की। कच्चे घर सन, निका जिहा बच्चा नाल सेवा करा रहा सी। उन्हें उस बच्चे नूं कहा, बेटा फलानी चीज़ अंदरों चुक के लिया। कच्चे कोठे हुंदे सन। इतिहास कहंदा जदों वो बच्चा चीज़ चुकण गया उहदे सप लड़ गया। वो बच्चे दे जहरीला सप लड़िया। छोटा जिहा बच्चा सी, 4-5 साल का, उहनूं साह भी ना पूरा लैण दिता। एकदम जहर चढ़ी, बच्चा उत्थे ही मुक गया। वो माई बाहर गुरसिखां नूं वो ते उहदे घर वाला प्रशादा छकाउंदे रहे। जदों हत्थ धवा के अरदास करा के वो सिख चले गए, हुण घर वाला पुछदा अपना बच्चा किधर गया। तो माई नूं चेते आया, वो कहंदी वो तो मैं अंदर चीज़ लैण भेजिया सी, वो तो वापस ही नहीं मुड़िया। दोवें जणियां चौंके वे सब कुछ छड्डिया, कमरे वाल भज्जे। जदों अंदर जाके वेख्या, इतिहास कहंदा वो बच्चा मरिया पिया सी, मूँह विचों झग जा रही सी, सप की जहर पूरे शरीर विच फैल गई। रौला पै गया पिंड विच, फलाने सिखां दा बच्चा मर गया, फलाने दे सप लड़ गया। पूरा पिंड इकट्ठा होया। सब ने कहा ये तो माड़ा भाई, तुसी ते गुरसिखां नूं प्रशादा छकाया भाई, तुसी तां गुरु रामदास महाराज दे सिखां नूं, गुरु अर्जन देव महाराज दे सिखां नूं प्रशादा छकाया, ते तुहाडे घर विच किवें हो गया, बच्चा किवें मुक गया। वो माई सुखमनी साहिब दा पाठ पढ़दे पढ़दे अंदर गई सी। जदों ने मरिया बच्चा वेख्या, उदों उहदी जुबान ते कोई पंक्ति सी, उत्थे ही पाठ रुक गया। उही वो पंक्ति सुरत विच चलदी रही। वो सुखमनी साहिब दी पंक्ति ये सी कि जिसकी वस्त तिसे आगे रखे, प्रभ की आज्ञा माने माथे। रब दी आज्ञा सिर मथे मन भाई, जिसकी वस्त तिसे आगे रखे, प्रभ की आज्ञा माने माथे। बच्चे का संस्कार कर दिता। उही पंक्ति रोज पढ़ती रही। मन बड़ा विरागी, अखां भरनियां, इक्को ही पंक्ति, जिसकी वस्त ते सागे रखे, प्रभ की आज्ञा माने माथे। कुछ दिनों बाद जदों मनन लग्या तां दोवां जियां ने घर नूं जंदरा लाया। ਉਹਦੇ घर वाली कहती जिथों दात मिली सी उसे दाते कोल चलते हैं। घर नूं जंदरा ला के श्री अमृतसर साहब आ गए। धन गुरु अर्जन देव महाराज तखत गद्दी ते सुभाएमान सन। जदों संगत विचों माई ते उहदे घर वाला आए, अजे 4 सिख मत्था टेकण नूं मोहरे रहिंदे सन। श्री गुरु अर्जन देव महाराज तखत सिंघासन तो उठे। पातशाह ने अदब सत्कार नाल दूरों बुला के कहा, बेटा तुसीं अगे आ जाओ। संगत वेखण लग पई। महाराज ने उचेचे तौर पर एक दंपत जोड़ा, एक बीबी ते उहदे घर वाले नूं अगे सद्या। क्यों? जदों दोवें जी अगे आए, सतगुरु गुरु अर्जन देव महाराज ने दोवें हथ इस तरह करके उन्होंने सिर उत्ते धर दिते, प्यार दे के कहा, धीए ठीक है सब कुछ, बस इन्ना कहण दी देर सी। ਉਹਦਾ मन अंदरों विराग भरिया, गुबार छुट्टिया, रोन लग पई जिवें दुखी धी प्यो दे कोल आके रोंदी है। इदां गुरु अर्जन देव महाराज ने जदों सिर ते हथ रख के कहा, बेटा ठीक हो, बस वो विराग विच रोन लग पई। श्री गुरु अर्जन देव महाराज ने संगत विच कहा, कहंदे बेटा उच्ची आवाज़ विच वो पंक्ति पढ़ जिहड़ी तेरे मन विच चलदी, संगत नूं सुणा वो पंक्ति जिहड़ी तेरे मन विच है। उन्हें रोंदियां रोंदियां कहा, जिसकी वस्त तिस आगे रख है, प्रभ की आज्ञा माने मत है। श्री गुरु अर्जन देव महाराज ने कहा, साध संगत इस बच्ची ने गुरु नानक दे घर दी बाणी दी कमाई की है। इहदा इक्को एक बच्चा सेवा करदियां सप लड़के मुक गया। इन्हें रोस एक बार भी नहीं किया, रब्बा ये क्यों कीता? इक्को ही पंक्ति कमाई है, जिसकी वस्त तिस आगे रख है, प्रभु की आज्ञा माने मत है। ते श्री गुरु अर्जन देव महाराज
मुस्कुरा के बोले लै धीए इतों अगलियां पंक्तियां भी हुण तेरी झोली पाइयां। ते पातशाह ने उच्चारण करके कहा उसते चौगण करे निहाल, नानक साहिब सदा दयाल। पढ़ो उसते चौगण करे निहाल, नानक साहिब सदा दयाल। जातीए गुरु रामदास चौगना निहाल करनगे। इतिहास कहंदा परत के वो खुशियां लैके सेवा करके घर गए। इतिहास विच फिर उन्होंने घर 4 पुत्र होए। 10वें पातशाह तक उन्होंने वंश की सिक्खी चली। इस गुरु के घर दियां ये वडियाइयां ने। इसलिए साध संगत गुरपुरब मनाए ताइयों सफल ने जे आपां गुरु ते विश्वास रखीए, गुरु नाल प्यार करिए, किते भटकण की जरूरत नहीं है। सतगुरु गुरु कलगीधर पातशाह दशमेश पिता किरपा करन, आपां सारिआं नूं अमृत की दात देण। अमृत छको, बाणी पढ़ो, गुरु ते भरोसा रखो, ये जीवन जन्म सफल होवे। कलयुग के हालात कोई बहुते वधिया नहीं चल रहे, उहदे वास्ते सब नूं बेनती है भाई नितनेम जरूर करया करो, घर च जपजी साहब जरूर पढ़िया करो, क्योंकि बाणी नाल ही चौगिरद हमारे रामकार दुख लगे ना भाई। जिद्दां दी अग संसार विच है, इतों बचण वास्ते बाणी तो बगैर होर कोई रस्ता नहीं है। कलयुग प्रमाण नानक गुर अंगद अमर कहायो। मैं कल भी बेनती की 20 साल के बच्चे ने घर के 3-4-5 मैंबरां नूं गोली मार के मार दिता। और जदों हुण उहदी हिस्टरी बाहर आई है ना, वो तो साध संगत तुसीं सुन नहीं सकते किस तरह। ये कलयुग है। इस कलयुग के अंदर, इस वगदी तत्ती हवा के अंदर इक्को चीज़ सानू ते साडे बच्चों नूं बचा सकती है, वो गुरु की बाणी है, होर कोई नहीं बचा सकता। सतगुर सच्चे पातशाह किरपा बख्शिश करन, बाणी नाल जुड़ो, प्रबंधकों के कीते उपराले ताइयों ये सफल होणगे। बड़ी खुशी की गल है, सारिਆਂ ने रल मिल के प्रबंधकों ने ये समागम उलीके। नौजवान बच्चे भी जुड़े ने। सब नूं बेनती है भाई ये मानस जन्म बार बार नहीं शरीर मिलना। चंगियां आदतां पाओ, नशियां तो बचो, अपने परिवार नूं प्यार करो, घर परिवार विच रहो, बाणी पढ़ो, गुरु नाल जुड़ो, ये जीवन जन्म सफल होवे। भुल चुक दी खिमा बख्शणी सारियां संगतां दा, प्रबंधकां दा, भाई साहब होरां दा धन्नवाद। कोटान कोट शुक्र सतगुरु श्री गुरु ग्रंथ साहिब महाराज जियां दा, जो आप त्रुट के बख्शिशां करते हैं। सतगुर की बाणी नाल जुड़ के आपां जीवन जन्म सफल करिए। जिहड़ा रौला पिया होया ना बाहर चलो जी कनेडा चलीए, कनेडा चलीए, जाओ बेशक, जिथे भी जाओगे उत्थे गुरु की बाणी नाल सुख मिलना है। जिहदे पल्ले बाणी नहीं है उत्थे भी लोग दुखी ने। तुहाडे कोल जिहड़ी वैनकूवर सरीआं तो हुण खबरां आ गईयां ने, उत्थे तुहाडे बच्चे 16-16 ਲੱਖ रुपया पंजाब तो ला के गए ने, माँ प्यो करजाई हो गए ने, उत्थे इदां दीयां आदतां पै गईयां। हुण वो बच्चे उत्थे भी नशे करते ने। एक लड़की ने सुसाइड की है, उन्होंने बाद विच पता लगा वो उत्थे भी नशे की आदी है। भाई ये कलयुग की अग तो बचण का कोई तरीका, रहो जिथे मर्जी, इत्थे रहो, विदेश रहो, कोई धरती माड़ी चंगी नहीं है। इक्को चीज़ है, बाणी नाल जुड़े रहो, फिर सारियां धरतियां सोहणियां ने। महा दिवस मूरत भले, जिसको नदर करे, नानक मंगै दर्शदान, किरपा करो हरे। आपां बाणी नाल जुड़ गए, फिर सब थावां ते सुख है। सो प्लीज़ घरां विच बाणी दा जाप जरूर करो। अपने बच्चों नूं चेचे तौर ते कहो जरूर जपजी साहिब पढ़न, तुसीं भी बाणी पढ़ो। बाणी नाले होणगे ये लोक सुखीए, परलोक सुहेले, नानक हर प्रभ आपे मेले। भुल चुक दी खिमा बख्शणी, गज के फतेह बुलाओ। वाहिगुरू जी का खालसा, वाहिगुरू जी की फतेह।